ਪ੍ਰਸਿੱਧ ਪ੍ਰਸਿੱਧ ਬਾਦਸ਼ਾਹ ਜੂਲੀਅਸ ਸੀਜ਼ਰ ਨੂੰ ਮਿਰਗੀ ਦੇ ਦੌਰੇ ਪੈਂਦੇ ਸਨ। ਮਹਾਨ ਬੁਲਾਰਾ ਡੈਮਾਸਥਨੀਜ਼ ਥਥਲਾਉਂਦਾ ਸੀ। ਪ੍ਰਸਿੱਧ ਜਰਨੈਲ ਨੈਲਸਨ ਦੀ ਵੇਖਣ ਵਾਲੀ ਇੱਕ ਅੱਖ ਸੀ। ਮਹਾਨ ਕਵੀ ਕੀਟਸ ਤਪਦਿਕ ਦਾ ਮਰੀਜ਼ ਸੀ। ਸੰਗੀਤਕਾਰ ਬੀਥੋਵਨ ਬੋਲਾ ਸੀ। ਡਾਰਵਿਨ ਅਕਸਰ ਬਿਮਾਰ ਰਹਿੰਦਾ ਸੀ। ਬਾਇਰਨ ਲੰਗੜਾ ਕੇ ਤੁਰਦਾ ਸੀ। ਅਮਰੀਕੀ ਰਾਸ਼ਟਰਪਤੀ ਰੂਜ਼ਵੈਲਟ ਨੂੰ ਲੱਕ ਤੋਂ ਥੱਲੇ ਅਧਰੰਗ ਸੀ। ਰਣਜੀਤ ਸਿੰਘ ਦੀ ਇੱਕ ਹੀ ਅੱਖ ਸੀ। ਪੋਪ ਕੁੱਬਾ ਸੀ। ਨੈਪੋਲੀਅਨ ਮਧਰਾ ਸੀ। ਪਰ ਇਹ ਸਾਰੇ ਪ੍ਰਸਿੱਧ ਹੋਏ। ਇਹਨਾਂ ਨੇ ਅਪੰਗਤਾ ਵਿਕਲਾਂਗਤਾ ਨੂੰ ਰੁਕਾਵਟ ਨਹੀਂ ਬਣਨ ਦਿੱਤਾ। ਧੰਨਵਾਦ। ਨਫ਼ਰਤ ਤੇ ਉਤਸ਼ਾਹ। ਕਈ ਵਾਰੀ ਨਫ਼ਰਤ ਦੀ ਭਾਵਨਾ ਹੀ ਸਾਨੂੰ ਉਤਸ਼ਾਹ ਵਿੱਚ ਰੱਖਦੀ ਹੈ। ਯਹੂਦੀਆਂ ਉੱਤੇ ਹਿਟਲਰ ਤੇ ਜਰਮਨਾਂ ਨੇ ਇੰਨੇ ਜ਼ੁਲਮ ਕੀਤੇ ਸਨ ਕਿ ਜਦੋਂ ਕੋਈ ਯਹੂਦੀ ਇਸਤਰੀ ਕਿਸੇ ਵੱਡੀ ਉਮਰ ਦੇ ਜਰਮਨ ਨੂੰ ਵੇਖਦੀ ਸੀ ਤਾਂ ਆਪ ਮੁਹਾਰੇ ਸੋਚਦੀ ਸੀ ਕਿ ਇਹਨੇ ਮੇਰੀ ਭੂਆ ਨੂੰ ਭੱਠੀ 'ਚ ਧੱਕਾ ਦਿੱਤਾ ਹੋਵੇਗਾ। ਜਦੋਂ ਕਿਸੇ ਜਵਾਨ ਜਰਮਨ ਨੂੰ ਵੇਖਦੀ ਸੀ ਤਾਂ ਸੋਚਦੀ ਸੀ ਇਸ ਨੇ ਮੇਰੇ ਪਤੀ ਨੂੰ ਗੈਸ ਚੈਂਬਰ 'ਚ ਮਾਰਿਆ ਹੋਵੇਗਾ। ਇਵੇਂ ਯਹੂਦੀ ਇਸਤਰੀਆਂ ਜਰਮਨਾਂ ਪ੍ਰਤੀ ਨਫ਼ਰਤ ਦੇ ਭਾਵਾਂ ਨਾਲ ਜਿਉਂਦੇ ਰਹਿਣ ਦਾ ਉਪਰਾਲਾ ਕਰਦੀਆਂ ਰਹੀਆਂ। ਉਹਨਾਂ ਨੇ ਸੰਕਲਪ ਕੀਤਾ ਹੋਇਆ ਸੀ ਕਿ ਅਸੀਂ ਆਤਮਘਾਤ ਨਹੀਂ ਕਰਨਾ, ਅਸੀਂ ਯਹੂਦੀ ਨਸਲ ਨੂੰ ਮਿਟਣ ਨਹੀਂ ਦੇਣਾ। ਧੰਨਵਾਦ। ਥੇਲਸ ਨਾਂ ਦਾ ਫਿਲਾਸਫਰ 7ਵੀਂ ਪੂਰਵ ਸਦੀ ਵਿੱਚ ਟੁਰਦਿਆਂ ਅਸਮਾਨ ਵੱਲ ਇੰਨੇ ਗੌਰ ਨਾਲ ਵੇਖ ਰਿਹਾ ਸੀ ਕਿ ਖੂਹ 'ਚ ਡਿੱਗ ਪਿਆ। ਇਸ ਘਟਨਾ ਨੇ ਐਬਸੈਂਟ ਮਾਈਂਡਡ ਹੋਣ ਦਾ ਸੰਕਲਪ ਉਸਾਰਿਆ। ਅਨੈਕਸੀਮੈਂਡਰ ਨੇ 6ਵੀਂ ਸਦੀ ਵਿੱਚ ਪਹਿਲਾ ਗਲੋਬ ਬਣਾਇਆ ਸੀ ਤੇ ਧਰਤੀ ਤੋਂ ਸੂਰਜ ਦਾ ਫਾਸਲਾ ਮਾਪਿਆ ਸੀ। ਪਾਇਥਾਗੋਰਸ ਨੇ ਸਭ ਤੋਂ ਪਹਿਲਾਂ ਫਿਲਾਸਫਰ ਸ਼ਬਦ ਦੀ ਵਰਤੋਂ ਕੀਤੀ ਸੀ। ਹਿਪੋਕਰੇਟਿਸ ਸੰਸਾਰ ਦਾ ਪਹਿਲਾ ਹਕੀਮ ਸੀ। ਡਿਮਾਕਰੀਟਸ ਨੇ ਸਭ ਤੋਂ ਪਹਿਲਾਂ ਰੰਗਾਂ ਦਾ ਵਰਗੀਕਰਨ ਕੀਤਾ ਸੀ। ਹੀਰੋਫਿਲਿਸ ਨੇ ਸਭ ਤੋਂ ਪਹਿਲਾਂ ਨਬਜ਼ ਟੋਈ ਸੀ। ਯੂਕਲਿਡ ਨੇ ਜਿਓਮੈਟਰੀ ਸਿਰਜੀ ਸੀ। ਇਹ ਸਭ ਕੁਝ ਬਿਨਾਂ ਯੰਤਰ ਬਿਨਾਂ ਪ੍ਰਯੋਗਸ਼ਾਲਾ ਸਦੀਆਂ ਪਹਿਲਾਂ ਪਹਿਲੀ ਵਾਰ ਵਾਪਰਿਆ ਸੀ। ਧੰਨਵਾਦ। ਵਿਆਹੇ ਹੋਏ। ਫੈਕਟਰੀ ਵਿੱਚ ਤੁਸੀਂ ਵਿਆਹੇ ਹੋਏ ਆਦਮੀ ਹੀ ਕਿਉਂ ਰੱਖਦੇ ਹੋ? ਵਿਆਹੇ ਬੰਦੇ ਹੁਕਮ ਮੰਨਣ ਦੇ ਆਦੀ ਹੁੰਦੇ ਹਨ। ਉਹਨਾਂ ਨੂੰ ਇੱਧਰ ਉੱਧਰ ਕਰਨ ਵਿੱਚ ਸੌਖ ਹੁੰਦੀ ਹੈ। ਝਾੜ ਖਾਣ ਵੇਲੇ ਉਹ ਚੁੱਪ ਹੀ ਰਹਿੰਦੇ ਹਨ, ਸ਼ਿਕਾਇਤ ਨਹੀਂ ਕਰਦੇ। ਵਿਰੋਧ ਕਰਨ ਦੀ ਤਾਂ ਹਿੰਮਤ ਹੀ ਨਹੀਂ ਹੁੰਦੀ। ਸਾਰੇ ਪਾਸਿਓਂ ਕਸੇ ਹੁੰਦੇ ਹਨ। ਹੋਣ ਵਾਲੀ ਆਮਦਨ ਦੀ ਪਤਨੀ ਵੱਲੋਂ ਦੁਰਵਰਤੋਂ ਕਰਨ ਬਾਰੇ ਕਦੇ ਨਹੀਂ ਸੋਚਦੇ। ਧੰਨਵਾਦ। ਹਨੀਮੂਨ। ਹਨੀਮੂਨ ਦਾ ਸੰਕਲਪ ਵਿਆਹ ਨਾਲ ਜੁੜਿਆ ਹੁੰਦਾ ਹੈ। ਇਸ ਨਾਲ ਵਿਆਹ ਦੀਆਂ ਨੀਹਾਂ ਪੱਕੀਆਂ ਹੁੰਦੀਆਂ ਹਨ। ਹਨੀ ਤੋਂ ਭਾਵ ਸ਼ਹਿਦ ਤੇ ਮੂਨ ਤੋਂ ਭਾਵ ਚੰਦਰਮਾ ਦੇ ਮਹੀਨੇ ਤੋਂ ਹੈ। ਯੂਰਪ ਵਿੱਚ ਨਵ ਵਿਆਹੇ ਜੋੜੇ ਨੂੰ ਫਲਾਂ ਦੀ ਬਣਾਈ ਵਾਈਨ ਵਿੱਚ ਸ਼ਹਿਦ ਘੋਲ ਕੇ ਪਿਲਾਇਆ ਜਾਂਦਾ ਹੈ। ਇਹ ਜੋੜਾ 1 ਮਹੀਨੇ ਲਈ ਕਿਧਰੇ ਚਲਾ ਜਾਂਦਾ ਹੈ, ਜਿੱਥੇ ਦੋਵੇਂ ਵਿਆਹ ਦੀਆਂ ਨੀਹਾਂ ਭਰਦੇ ਹਨ। ਇਹ ਮਹੀਨਾ ਵਿਆਹ ਦੀਆਂ ਬੁਨਿਆਦਾਂ ਮਜ਼ਬੂਤ ਕਰਨ ਦਾ ਸਮਾਂ ਹੁੰਦਾ ਹੈ, ਜਿਸ ਕਾਰਨ ਇਸ ਨੂੰ ਯਾਦਗਾਰੀ ਤੇ ਸੁਨਹਿਰੀ ਸਮਾਂ ਕਹਿੰਦੇ ਹਨ ਅਤੇ ਇਸ ਦੌਰਾਨ ਦੋਹਾਂ ਨੂੰ ਇੱਕ ਦੂਜੇ ਦਾ ਮਹੱਤਵ ਪਤਾ ਲੱਗਦਾ ਹੈ। ਹਨੀਮੂਨ ਖੁਸ਼ੀਆਂ ਤੇ ਲਾਡ ਪਿਆਰ ਦਾ ਸਮਾਂ ਹੁੰਦਾ ਹੈ। ਹਨੀਮੂਨ ਦੌਰਾਨ ਦੋਹਾਂ ਨੂੰ ਇੱਕ ਦੂਜੇ ਦੀ ਅਸਲ ਸ਼ਕਲ, ਅਕਲ, ਸੁਭਾਅ, ਵਿਹਾਰ, ਸਿਆਣਪ ਤੇ ਮੂਰਖਤਾ ਆਦਿ ਸਭ ਕੁਝ ਦਾ ਪਤਾ ਲੱਗ ਜਾਂਦਾ ਹੈ। ਵਿਆਹ ਕਰਵਾਓ ਨਾ ਕਰਵਾਓ, ਪਰ ਹਨੀਮੂਨ 'ਤੇ ਜ਼ਰੂਰ ਜਾਣਾ। ਧੰਨਵਾਦ। ਹੱਥ ਮਿਲਾਉਣਾ। ਮੱਧਕਾਲੀ ਯੂਰਪ ਵਿੱਚ ਘਰ ਵਿੱਚ ਪਿਤਾ ਪੁੱਤਰ ਨੂੰ ਤੇ ਮਗਰੋਂ ਧੀ ਨੂੰ ਵੀ ਹੱਥ ਮਿਲਾਉਣਾ ਸਿਖਾਉਂਦਾ ਸੀ। ਨਿੱਘੀ, ਮਜ਼ਬੂਤ, ਦ੍ਰਿੜ ਹੱਥ ਮਿਲਣੀ
ਗੱਲਬਾਤ ਨੂੰ ਬਰਾਬਰੀ ਦੇ ਆਧਾਰ 'ਤੇ ਕਰਨ ਦੀ ਰਜ਼ਾਮੰਦੀ ਹੁੰਦੀ ਸੀ। ਉਸ ਸਮੇਂ ਹੱਥ ਮਿਲਣੀ ਦੀ ਛੋਹ ਨੂੰ ਸ਼ਬਦਾਂ ਨਾਲੋਂ ਵਧੇਰੇ ਯਾਦ ਕੀਤਾ ਜਾਂਦਾ ਸੀ। ਅਜੋਕੇ ਸਮਿਆਂ ਵਿੱਚ ਚੰਗੇ ਸਕੂਲਾਂ 'ਚ ਹੱਥ ਮਿਲਾਉਣਾ ਸਿਖਾਇਆ ਜਾਂਦਾ ਹੈ। ਇਹ ਇੱਕ ਬੜਾ ਜ਼ਰੂਰੀ ਕਾਰਜ ਸਮਝਿਆ ਜਾਂਦਾ ਹੈ। ਸਿਖਾਇਆ ਜਾਂਦਾ ਹੈ ਕਿ ਹੱਥ ਸੁੱਕਾ ਹੋਣਾ ਚਾਹੀਦਾ ਹੈ। ਕਿਸੇ ਨੂੰ ਮਿਲਣ ਜਾਂ ਮੀਟਿੰਗ ਵਿੱਚ ਜਾਣ ਤੋਂ ਪਹਿਲਾਂ ਹੱਥ ਧੋਣਾ ਲਾਜ਼ਮੀ ਹੁੰਦਾ ਹੈ। ਦੂਜੇ ਦੇ ਪੂਰੇ ਹੱਥ ਨੂੰ ਆਪਣੇ ਹੱਥ ਵਿੱਚ ਲਓ, ਅੱਖ ਨਾਲ ਅੱਖ ਮਿਲਾਓ ਅਤੇ ਮੁਸਕਰਾਓ। ਮੁਸਕਰਾਹਟ ਪ੍ਰਵਾਨਗੀ ਦੀ ਨਿਸ਼ਾਨੀ ਹੁੰਦੀ ਹੈ। ਪਕੜ ਮਜ਼ਬੂਤ ਅਤੇ ਨਿੱਘੀ ਹੋਣੀ ਚਾਹੀਦੀ ਹੈ, ਨਿਰਜਿੰਦ ਜਿਹੀ ਨਹੀਂ, ਦਰਦ ਦੇਣ ਵਾਲੀ ਸਖਤ ਨਹੀਂ। ਅੱਖ ਨਾਲ ਅੱਖ ਮਿਲਾਉਣ ਨਾਲ ਇੱਕ ਦੀ ਊਰਜਾ ਦੂਜੇ ਵਿੱਚ ਪ੍ਰਵੇਸ਼ ਕਰਦੀ ਹੈ। ਜਿਸ ਨੂੰ ਤੁਹਾਡੇ ਤੋਂ ਲਾਭ ਹੋਣਾ ਹੁੰਦਾ ਹੈ ਉਹ 1-2 ਸਕਿੰਟ ਵਧੇਰੇ ਹੱਥ ਨੂੰ ਫੜ ਕੇ ਰੱਖੇਗਾ। ਜਿੰਨਾ ਚਿਰ ਹੱਥ ਦੂਜੇ ਦੇ ਹੱਥ ਵਿੱਚ ਰਹਿੰਦਾ ਹੈ, ਕਿਸੇ ਹੋਰ ਪਾਸੇ ਧਿਆਨ ਨਹੀਂ ਦੇਣਾ। ਇਸਤਰੀ ਨਾਲ ਪੁਰਸ਼ ਨੇ ਹੱਥ ਇਵੇਂ ਮਿਲਾਉਣਾ ਹੈ ਕਿ ਇਸਤਰੀ ਦੇ ਹੱਥ ਨੂੰ ਸੁੱਖ ਮਿਲੇ। ਹੱਥ ਛੱਡਣ ਤੋਂ ਪਹਿਲਾਂ ਹੀ ਗੱਲਬਾਤ ਆਰੰਭ ਹੋ ਜਾਂਦੀ ਹੈ, ਜਿਵੇਂ ਬੜੀ ਕਿਰਪਾ ਕੀਤੀ ਤੁਸੀਂ, ਬੜੀ ਦੇਰ ਤੋਂ ਉਡੀਕ ਸੀ ਤੁਹਾਡੀ। ਧੰਨਵਾਦ। ਵਿਘਨ ਪਾਓ। ਇੱਕ ਵਾਰੀ ਅਦਾਲਤ ਵਿੱਚ ਅਜਿਹਾ ਮੁਕੱਦਮਾ ਆਇਆ ਜਿਸ ਵਿੱਚ ਝਗੜਾ ਇੱਕ ਵਸੀਅਤ ਦਾ ਸੀ। ਮੁਦਈ ਨੇ ਦੋਸ਼ ਲਾਇਆ ਸੀ ਕਿ ਵਸੀਅਤ ਉੱਤੇ ਦਸਤਖਤ ਕਰਨ ਵਾਲੇ ਨੇ ਆਪਣੇ ਜਾਅਲੀ ਦਸਤਖਤ ਕੀਤੇ ਸਨ। ਜੱਜ ਨੇ ਦੋਸ਼ ਲਾਉਣ ਵਾਲੇ ਨੂੰ ਕਾਗਜ਼ ਕਲਮ ਦੇ ਕੇ ਕਿਹਾ, ਇਸ ਉੱਤੇ ਤੁਸੀਂ ਆਪਣੇ ਜਾਅਲੀ ਦਸਤਖਤ ਕਰਕੇ ਵਿਖਾਓ। ਮੁਦਈ ਨੇ ਦਸਤਖਤ ਕਰ ਦਿੱਤੇ। ਜੱਜ ਨੇ ਕਿਹਾ, ਤੁਸੀਂ ਮੇਰੇ ਸਾਹਮਣੇ ਦਸਤਖਤ ਕੀਤੇ ਹਨ, ਕੀ ਇਹ ਜਾਅਲੀ ਹੋ ਸਕਦੇ ਹਨ? ਦੋਸ਼ ਲਾਉਣ ਵਾਲਾ ਚੁੱਪ ਰਿਹਾ ਅਤੇ ਜੱਜ ਨੇ ਮੁਕੱਦਮਾ ਖਾਰਜ ਕਰ ਦਿੱਤਾ। ਕਈ ਵਿਅਕਤੀ ਕੇਵਲ ਟੁੱਚਰੀ ਅਤੇ ਵਿਘਨ ਪਾਊ ਮੁਕੱਦਮੇ ਕਰਦੇ ਹਨ। ਧੰਨਵਾਦ। ਹਮਸ਼ਕਲ। ਇੱਕ ਬਾਦਸ਼ਾਹ ਨੂੰ ਸੂਚਨਾ ਮਿਲੀ ਕਿ ਇੱਕ ਵਿਅਕਤੀ ਦੀ ਸ਼ਕਲ ਬਾਦਸ਼ਾਹ ਨਾਲ ਪੂਰੀ ਤਰ੍ਹਾਂ ਮਿਲਦੀ ਸੀ ਅਤੇ ਇਸ ਕਾਰਨ ਵਿਦੇਸ਼ੀ ਜਾਸੂਸ ਨਜਾਇਜ਼ ਲਾਭ ਉਠਾ ਸਕਦੇ ਸਨ। ਬਾਦਸ਼ਾਹ ਨੇ ਉਸ ਵਿਅਕਤੀ ਨੂੰ ਬੁਲਾ ਭੇਜਿਆ। ਸ਼ਕਲ ਮਿਲਦੀ ਸੀ। ਬਾਦਸ਼ਾਹ ਨੇ ਉਸ ਵਿਅਕਤੀ ਨੂੰ ਪੁੱਛਿਆ, ਤੇਰੀ ਮਾਂ ਨੇ ਕਦੇ ਮਹਿਲ ਵਿੱਚ ਨੌਕਰੀ ਕੀਤੀ ਸੀ? ਹਮਸ਼ਕਲ ਵਿਅਕਤੀ ਚੁੱਪ ਰਿਹਾ। ਦੁਬਾਰਾ ਪੁੱਛਣ 'ਤੇ ਉਸਨੇ ਕਿਹਾ, ਮੇਰੇ ਪਿਤਾ ਨੇ ਕੀਤੀ ਸੀ। ਧੰਨਵਾਦ। ਨਾਵਲ ਲਈ ਸਮੱਗਰੀ। ਨਾਵਲਕਾਰ ਫਾਕਨਰ ਨੇ ਨਾਵਲਾਂ ਲਈ ਸਮੱਗਰੀ ਇਕੱਤਰ ਕਰਨ ਵਾਸਤੇ ਇਸਤਰੀਆਂ ਦੇ ਦੇਹ ਵਪਾਰ ਵਾਲੇ ਇੱਕ ਅਦਾਰੇ ਵਿੱਚ ਪ੍ਰਬੰਧਕ ਦੀ ਨੌਕਰੀ ਕੀਤੀ ਸੀ। ਇਹਨਾਂ ਚੱਕਲਿਆਂ ਦਾ ਪੱਧਰ ਬੜੇ ਸੱਭਿਅਕ ਢੰਗ ਦੇ ਮਹਿਮਾਨ ਘਰਾਂ ਵਾਲਾ ਹੁੰਦਾ ਸੀ। ਸਵੇਰ ਵੇਲੇ ਉਹ ਚੱਕਲੇ ਦੀਆਂ ਔਰਤਾਂ ਨਾਲ ਗੱਲਬਾਤ ਕਰਕੇ ਉਹਨਾਂ ਦੇ ਆਪਣੇ ਵਿਹਾਰ ਅਤੇ ਉਹਨਾਂ ਦੇ ਗਾਹਕਾਂ ਦੇ ਪਿਛੋਕੜ ਅਤੇ ਵਿਹਾਰ ਬਾਰੇ ਵੇਰਵੇ ਸੁਣਦਾ ਸੀ। ਕਈ ਵੇਸਵਾਵਾਂ ਦੀ ਲੰਮੀ ਅਤੇ ਦਿਲਚਸਪ ਕਹਾਣੀ ਹੁੰਦੀ ਸੀ। ਉਸ ਤੋਂ ਉਹਨਾਂ ਦੇ ਪਰਿਵਾਰ ਅਤੇ ਵੇਸਵਾ ਬਣਨ ਦੀ ਪ੍ਰਕਿਰਿਆ ਦਾ ਪਤਾ ਲੱਗਦਾ ਸੀ। ਉਹਨਾਂ ਦੀ ਗੱਲਬਾਤ ਤੋਂ ਉਹਨਾਂ ਦੀ ਸ਼ਕਲ ਸੂਰਤ, ਚੱਜ ਆਚਾਰ, ਚਲਾਕੀਆਂ, ਚੁਸਤੀਆਂ, ਗਾਹਕਾਂ ਦੀਆਂ ਮੰਗਾਂ, ਤਰਜੀਹਾਂ ਦਾ ਪਤਾ ਲੱਗਦਾ ਸੀ ਅਤੇ ਉਹਨਾਂ ਦੇ ਢੰਗਾਂ ਤਰੀਕਿਆਂ ਨੂੰ ਬੜੀ ਦਿਲਚਸਪੀ ਨਾਲ ਸੁਣਦਾ ਸੀ। ਇਵੇਂ ਫਾਕਨਰ ਨੂੰ ਲਿਖਣ ਲਈ ਬਣੇ ਬਣਾਏ ਨਾਵਲ ਅਤੇ ਕਹਾਣੀਆਂ ਮਿਲ ਜਾਂਦੀਆਂ ਸਨ। ਇਸ ਚੱਕਲੇ ਵਿੱਚ ਪ੍ਰਾਪਤ ਕੀਤੇ ਅਨੁਭਵਾਂ ਦੇ ਆਧਾਰਿਤ ਫਾਕਨਰ ਦੀ ਰਾਏ ਸੀ ਕਿ ਪੁਰਸ਼ਾਂ ਦੇ ਵਿਹਾਰ ਬਾਰੇ ਜਿੰਨੇ ਦਿਲਚਸਪ ਵੇਰਵੇ ਵੇਸਵਾਵਾਂ ਕੋਲ ਹੁੰਦੇ ਹਨ, ਕਿਸੇ ਹੋਰ ਕੋਲ ਨਹੀਂ ਹੁੰਦੇ। ਧੰਨਵਾਦ। ਪ੍ਰਾਪਤੀਆਂ। ਸਾਡੀਆਂ ਪ੍ਰਾਪਤੀਆਂ ਉੱਚੀਆਂ ਨਾ ਹੋਣ ਦਾ ਇੱਕ ਕਾਰਨ ਇਹ ਹੁੰਦਾ ਹੈ ਕਿ ਉੱਚੀਆਂ ਪ੍ਰਾਪਤੀਆਂ ਲਈ ਜਿਹੜੀਆਂ ਨੀਵੀਆਂ ਪ੍ਰਾਪਤੀਆਂ ਤਿਆਗਣੀਆਂ ਹੁੰਦੀਆਂ ਹਨ, ਉਹ ਅਸੀਂ ਤਿਆਗਦੇ ਨਹੀਂ। ਜੱਜਾਂ ਦੇ ਰੀਡਰਾਂ ਵਿੱਚ ਵਕੀਲ ਬਣਨ ਦੀ ਯੋਗਤਾ ਹੁੰਦੀ ਹੈ ਅਤੇ ਉਹਨਾਂ ਨੇ ਵਕਾਲਤ ਦੀ ਪੜ੍ਹਾਈ ਵੀ ਕੀਤੀ ਹੁੰਦੀ ਹੈ ਅਤੇ ਉਹ ਮੁਕੱਦਮਿਆਂ ਅਤੇ ਅਦਾਲਤੀ ਕਾਰਵਾਈ ਦੇ ਵੀ ਮਾਹਿਰ ਹੁੰਦੇ ਹਨ, ਪਰ ਉਹ ਨਿੱਕੀਆਂ ਨਿੱਕੀਆਂ ਰਿਸ਼ਵਤਾਂ ਦਾ ਲਾਲਚ ਤਿਆਗ ਨਹੀਂ ਸਕਦੇ। ਧੰਨਵਾਦ। ਸਹਿਮ। ਜਿਹੜੇ ਸ਼ਰਾਬੀ ਪਤੀ ਪਤਨੀਆਂ ਨੂੰ ਕੁੱਟਦੇ ਹਨ, ਉਹਨਾਂ ਦੇ ਛੋਟੇ ਬੱਚੇ ਡਰ ਕਾਰਨ ਬੋਲਦੇ ਨਹੀਂ, ਸਕੂਲ ਵਿੱਚ ਪ੍ਰਸ਼ਨ ਨਹੀਂ ਪੁੱਛਦੇ, ਮੂੰਹ ਨਹੀਂ ਖੋਲ੍ਹਦੇ,
ਪਿਤਾ ਦੇ ਆਉਣ ਤੋਂ ਪਹਿਲਾਂ ਸੌਂ ਜਾਂਦੇ ਹਨ। ਉਸ ਦੇ ਜਾਗਣ ਤੋਂ ਪਹਿਲਾਂ ਚਲੇ ਜਾਣਾ ਚਾਹੁੰਦੇ ਹਨ। ਉਹਨਾਂ ਦੀ ਯੋਗਤਾ ਅਤੇ ਸਿਆਣਪ ਸਹਿਮ ਕਾਰਨ ਜਾਗਦੀ ਹੀ ਨਹੀਂ। ਧੰਨਵਾਦ। ਯੂਨਾਨੀ ਲੋਕ ਯੂਨਾਨੀ ਸੁੰਦਰਤਾ ਦੇ ਮਤਵਾਲੇ ਹਨ। ਉਹਨਾਂ ਦੀ ਉਦਾਸੀ ਵੀ ਸੋਹਣੀ ਅਤੇ ਸੁਨਹਿਰੀ ਹੁੰਦੀ ਹੈ। ਉਹਨਾਂ ਦੇ ਰੋਣ ਵਿਰਲਾਪ ਵਿੱਚ ਵੀ ਲੈਅ ਤਾਲ ਹੁੰਦੀ ਸੀ ਅਤੇ ਹੌਕਿਆਂ ਵਿੱਚ ਵੀ ਸਲੀਕਾ ਸੀ। ਉਹਨਾਂ ਦੀ ਤੱਕਣੀ ਵਿੱਚ ਕੂਲਾਪਣ ਸੀ। ਉਹਨਾਂ ਦੇ ਦੁਖਾਂਤ ਨਾਟਕ ਵੀ ਸੁੰਦਰਤਾ ਦੇ ਲਖਾਇਕ ਸਨ। ਉਹਨਾਂ ਦੇ ਚਿੱਤਰਾਂ ਵਿੱਚ ਜਵਾਨਾਂ ਨੂੰ ਯੁੱਧ ਦੇ ਮੈਦਾਨ ਵਿੱਚ ਜਾਂ ਖੇਡ ਦੇ ਮੈਦਾਨ ਵਿੱਚ ਵਿਖਾਇਆ ਜਾਂਦਾ ਸੀ। ਯੋਧਿਆਂ ਦੇ ਮਰਨ 'ਤੇ ਰੋਣਾ ਮਨ੍ਹਾ ਸੀ। ਢਾਡੀ ਉਹਨਾਂ ਦੀਆਂ ਵਾਰਾਂ ਗਾਉਂਦੇ ਸਨ। ਉਹ ਸੰਜਮੀ ਸਨ। ਉਹ ਅੱਤ ਨੂੰ ਪਸੰਦ ਨਹੀਂ ਸਨ ਕਰਦੇ, ਨਾ ਸੁੰਦਰਤਾ ਵਿੱਚ, ਨਾ ਤਰਕ ਵਿੱਚ, ਨਾ ਧਰਮ ਵਿੱਚ, ਨਾ ਵਿਸ਼ਵਾਸ ਵਿੱਚ। ਉਹਨਾਂ ਦੇ ਯੁੱਧ ਆਪਣੇ ਸੱਭਿਆਚਾਰ ਅਤੇ ਸੋਝ ਦੀ ਰੱਖਿਆ ਲਈ ਸਨ। ਉਹਨਾਂ ਨੇ ਸਦੀਆਂ ਦੇ ਅਨੁਭਵ ਅਤੇ ਸੋਚਾਂ ਉਪਰੰਤ ਨਿਆਂ ਦੇ ਪੈਮਾਨੇ ਸਥਾਪਿਤ ਕੀਤੇ ਸਨ। ਆਪਣੇ 'ਤੇ ਚੱਲੇ ਮੁਕੱਦਮੇ ਦੌਰਾਨ ਸੁਕਰਾਤ ਨੇ ਕਿਹਾ ਸੀ, ਇੱਕ ਗੱਲ ਜਿਸ ਵਿੱਚ ਮੈਂ ਤੁਹਾਡੇ ਸਾਰਿਆਂ ਨਾਲੋਂ ਉੱਚਾ ਹਾਂ ਉਹ ਇਹ ਹੈ ਕਿ ਜੋ ਮੈਂ ਨਹੀਂ ਜਾਣਦਾ ਉਹ ਤੁਹਾਡੇ ਵਾਂਗ ਜਾਣਨ ਦਾ ਦਾਅਵਾ ਨਹੀਂ ਕਰਦਾ। ਧੰਨਵਾਦ। ਜਾਗਣਾ। ਸਕੂਲ ਕਾਲਜਾਂ ਦੇ ਅਧਿਆਪਕਾਂ ਕੋਲ ਗਿਆਨ ਹੁੰਦਾ ਹੈ, ਪਰ ਇਹ ਅਮੀਰ ਨਹੀਂ ਹੁੰਦੇ, ਕਿਉਂਕਿ ਉਦੇਸ਼ ਅਮੀਰ ਹੋਣਾ ਹੁੰਦਾ ਹੀ ਨਹੀਂ। ਅਰਥ ਸ਼ਾਸਤਰੀ ਅਮੀਰੀ ਅਤੇ ਗਰੀਬੀ ਦੇ ਢੰਗ ਤਰੀਕੇ ਪੜ੍ਹਾਉਂਦੇ ਹਨ, ਪਰ ਗਿਆਨ ਸਿਧਾਂਤਕ ਹੋਣ ਕਰਕੇ ਆਪ ਅਮੀਰ ਨਹੀਂ ਹੁੰਦੇ। ਬੈਂਕਾਂ ਵਿੱਚ ਲੱਗੇ ਸਧਾਰਨ ਕਲਰਕ ਵੀ ਅਮੀਰ ਹੋ ਜਾਂਦੇ ਹਨ। ਉਹਨਾਂ ਦਾ ਵਾਹ ਅਮੀਰਾਂ ਨਾਲ ਪੈਂਦਾ ਹੈ। ਉਹ ਅਮੀਰਾਂ ਦੀਆਂ ਆਦਤਾਂ ਜਾਣਦੇ ਹਨ। ਜ਼ਿੰਦਗੀ ਮੁਸ਼ਕਿਲਾਂ ਰਾਹੀਂ ਸਿਖਾਉਂਦੀ ਹੈ। ਹਰ ਮੁਸ਼ਕਿਲ ਕਹਿੰਦੀ ਹੈ, ਜਾਗੋ, ਕੁਝ ਸਿੱਖੋ, ਕੁਝ ਕਰੋ। ਕੁਝ ਹੀ ਜਾਗਦੇ ਹਨ, ਬਹੁਤੇ ਸੁੱਤੇ ਰਹਿੰਦੇ ਹਨ। ਬੈਂਕਾਂ ਵਿੱਚ ਜਾਗੇ ਹੋਏ ਪੈਸੇ ਜਮ੍ਹਾਂ ਕਰਵਾਉਣ ਆਉਂਦੇ ਹਨ, ਸੁੱਤੇ ਹੋਏ ਕਰਜ਼ਾ ਮੰਗਣ ਆਉਂਦੇ ਹਨ। ਧੰਨਵਾਦ। ਸਬਕ। ਸਿੱਖੇ ਹੋਏ ਸਬਕ ਸਾਡੀਆਂ ਸਮੱਸਿਆਵਾਂ ਸੁਲਝਾਉਣ ਲਈ ਹੀ ਨਹੀਂ ਹੁੰਦੇ, ਨਵੀਆਂ ਸੰਭਾਵਨਾਵਾਂ ਉਪਜਾਉਣ ਲਈ ਵੀ ਹੁੰਦੇ ਹਨ। ਇਹ ਅਤੀਤ ਦੀਆਂ ਗਲਤੀਆਂ ਸਮਝਣ ਸੁਧਾਰਨ ਲਈ ਹੀ ਨਹੀਂ ਹੁੰਦੇ, ਇਹ ਭਵਿੱਖ ਦੀਆਂ ਆਸਾਂ ਉਮੀਦਾਂ ਜਗਾਉਣ ਲਈ ਵੀ ਹੁੰਦੇ ਹਨ। ਧੰਨਵਾਦ। ਸਖਤੀ। ਅੱਜ ਤੋਂ 3-4 ਦਹਾਕੇ ਪਹਿਲਾਂ ਅਮਰੀਕਾ ਦੇ ਵਪਾਰਕ ਕੇਂਦਰ ਨਿਊਯਾਰਕ ਵਿੱਚ ਸ਼ਾਮ ਪੈਂਦਿਆਂ ਹੀ ਬਦਮਾਸ਼ਾਂ ਦਾ ਰਾਜ ਆਰੰਭ ਹੋ ਜਾਂਦਾ ਸੀ। ਗੰਦੀਆਂ ਬਸਤੀਆਂ ਦੇ ਵਸਨੀਕ ਕਾਲੇ ਲੋਕ ਰਾਹਗੀਰਾਂ ਨੂੰ ਲੁੱਟ ਲੈਂਦੇ ਸਨ। ਉਹਨਾਂ ਦੇ ਲੁੱਟੇ ਪੈਸਿਆਂ ਨੂੰ ਲੁੱਟਣ ਵਾਲਿਆਂ ਦੀ ਚਮੜੀ ਦੇ ਰੰਗ ਨਾਲ ਜੋੜ ਕੇ ਬਲੈਕ ਮਨੀ ਕਿਹਾ ਜਾਂਦਾ ਸੀ। ਜਿੱਥੇ ਲੁੱਟਿਆ ਹੋਇਆ ਮਾਲ ਵੇਚਿਆ ਖਰੀਦਿਆ ਜਾਂਦਾ ਸੀ, ਉਸਨੂੰ ਬਲੈਕ ਮਾਰਕੀਟ ਕਿਹਾ ਜਾਂਦਾ ਸੀ। ਲੁਟੇਰਿਆਂ ਦਾ ਮੁਕੰਮਲ ਰਾਜ ਪ੍ਰਬੰਧ ਸੀ। ਆਮਦਨ ਖਰਚ ਦਾ ਹਿਸਾਬ ਕਿਤਾਬ ਰੱਖਿਆ ਜਾਂਦਾ ਸੀ। ਬਜਟ ਬਣਦਾ ਸੀ। ਇਨਾਮ ਅਤੇ ਜੁਰਮਾਨੇ ਦੀ ਵਿਵਸਥਾ ਸੀ। ਮਾਰੇ ਗਏ ਮੈਂਬਰਾਂ ਦੇ ਪਰਿਵਾਰਾਂ ਨੂੰ ਮਦਦ ਦਿੱਤੀ ਜਾਂਦੀ ਸੀ। ਇੱਕ ਮੇਅਰ ਆਇਆ, ਉਸਨੇ ਸਿਲਸਿਲੇਵਾਰ ਢੰਗ ਨਾਲ ਇਹਨਾਂ ਬਦਮਾਸ਼ਾਂ ਨੂੰ ਫੜਨ ਦੀ ਮੁਹਿੰਮ ਚਲਾਈ ਅਤੇ ਪਹਿਲੀ ਵਾਰ ਅਪਰਾਧ ਕਰਨ ਵਾਲਿਆਂ ਨਾਲ ਇੰਨੀ ਸਖਤੀ ਕੀਤੀ ਕਿ ਉਹ ਅਪਰਾਧ ਦੀ ਦੁਨੀਆ ਹੀ ਤਿਆਗ ਗਏ। ਉਸਨੇ ਪੁਲਿਸ ਨੂੰ ਅਧਿਕਾਰ ਦਿੱਤੇ। ਪੁਲਿਸ ਦਾ ਹੱਥ ਉੱਚਾ ਹੁੰਦਿਆਂ ਹੀ ਬਦਮਾਸ਼ਾਂ ਦਾ ਦੌਰ ਮੁੱਕ ਗਿਆ। ਧੰਨਵਾਦ। ਬੰਦੂਕ ਦਾ ਜਨਮ। ਅਫਗਾਨਿਸਤਾਨ ਦੇ ਪੇਂਡੂ ਇਲਾਕਿਆਂ ਵਿੱਚ ਲੜਕੀਆਂ ਲਈ ਕਿਤਾਬ ਵੇਖਣੀ ਜੁਰਮ ਹੈ। ਗਿਣਤੀ ਸਿੱਖਣੀ ਮਨ੍ਹਾ ਹੈ। ਕਿਤਾਬ ਰੱਖਣੀ ਖੋਲ੍ਹਣੀ ਪਾਪ ਹੈ। ਇਹ ਸਭ ਕੁਝ ਇਸਲਾਮ ਵਿੱਚ ਪੱਕੇ ਹੋਣ ਅਤੇ ਚੰਗੇ ਮੁਸਲਮਾਨ ਸਾਬਤ ਹੋਣ ਲਈ ਜ਼ਰੂਰੀ ਹੈ। ਇਹ ਪਾਬੰਦੀਆਂ ਤਾਲਿਬਾਨ ਦੀਆਂ ਲਾਈਆਂ ਹੋਈਆਂ ਹਨ। ਉਂਝ ਤਾਲਿਬਾਨ ਦੇ ਅਰਥ ਹਨ ਵਿਦਿਆਰਥੀ। ਹੈਰਾਨੀ ਨਹੀਂ ਹੋਣੀ ਚਾਹੀਦੀ ਕਿ ਅਫਗਾਨਿਸਤਾਨ ਸੰਸਾਰ ਦਾ ਸਭ ਤੋਂ ਪਛੜਿਆ ਹੋਇਆ ਦੇਸ਼ ਹੈ।
ਕਿਉਂਕਿ ਇੱਥੇ ਲੜਕਿਆਂ ਨੂੰ ਵੀ ਕੁਰਾਨ ਤੋਂ ਇਲਾਵਾ ਕੁਝ ਵੀ ਪੜ੍ਹਨ ਦੀ ਮਨਾਹੀ ਹੈ। ਤਾਲਿਬਾਨ ਕੇਵਲ ਕੁਰਾਨ ਪੜ੍ਹਦੇ ਹਨ ਅਤੇ ਤਾਲਿਬਾਨ ਦੇ ਅਰਥ ਕੁਰਾਨ ਦੇ ਵਿਦਿਆਰਥੀ ਹੋ ਗਏ ਹਨ। ਅਫਗਾਨਿਸਤਾਨ ਵਿੱਚ ਜਦੋਂ ਲੜਕੇ ਦਾ ਜਨਮ ਹੁੰਦਾ ਹੈ ਤਾਂ ਉਸ ਕਬੀਲੇ ਦੇ ਲੋਕ ਬੰਦੂਕਾਂ ਚਲਾਉਂਦੇ ਹਨ ਅਤੇ ਹਰ ਕਿਸੇ ਨੂੰ ਪਤਾ ਲੱਗ ਜਾਂਦਾ ਹੈ ਕਿ ਇੱਕ ਹੋਰ ਬੰਦੂਕ ਦਾ ਜਨਮ ਹੋਇਆ ਹੈ, ਇੱਕ ਹੋਰ ਤਾਲਿਬਾਨ ਜੰਮ ਪਿਆ ਹੈ। ਧੰਨਵਾਦ। ਟੈਕਨੋਲੋਜੀ। ਪਹਿਲਾਂ ਗਿਆਨ ਕਾਲਜਾਂ ਯੂਨੀਵਰਸਿਟੀਆਂ ਵਿੱਚ ਉਪਜਾਇਆ ਅਤੇ ਦਿੱਤਾ ਜਾਂਦਾ ਸੀ। ਕੁਝ ਦਹਾਕਿਆਂ ਵਿੱਚ ਹੀ ਸੂਚਨਾ ਟੈਕਨੋਲੋਜੀ ਨੇ ਗਿਆਨ ਦੇ ਨਵੇਂ ਸਰੋਤ ਅਤੇ ਭੰਡਾਰ ਉਪਜਾ ਕੇ ਅਤੇ ਗਿਆਨ ਪ੍ਰਾਪਤ ਕਰਨ ਦੀਆਂ ਨਵੀਆਂ ਵਿਧੀਆਂ ਸਿਰਜ ਕੇ ਯੂਨੀਵਰਸਿਟੀਆਂ ਦਾ ਮਹੱਤਵ ਘਟਾ ਦਿੱਤਾ ਹੈ ਅਤੇ ਸਭ ਲਈ ਸਭ ਕੁਝ ਕੰਪਿਊਟਰ 'ਤੇ ਉਪਲਬਧ ਹੋ ਗਿਆ ਹੈ। ਪਾਰੰਪਰਿਕ ਕੋਰਸ ਪੜ੍ਹਾਉਣ ਵਾਲੀਆਂ ਯੂਨੀਵਰਸਿਟੀਆਂ ਦਾ ਰਿਵਾਜ ਨਹੀਂ ਰਿਹਾ। ਯੂਨੀਵਰਸਿਟੀਆਂ ਦੇ ਪ੍ਰਭਾਵ ਘਟਣ ਨਾਲ ਪ੍ਰੋਫੈਸਰਾਂ ਦਾ ਪ੍ਰਭਾਵ ਹੀ ਨਹੀਂ ਘਟਿਆ। ਉਹਨਾਂ ਵੱਲੋਂ ਪੜ੍ਹਾਈ ਜਾ ਰਹੀ ਸਮੱਗਰੀ ਵੀ ਨਿਰਰਥਕ ਸਾਬਤ ਹੋ ਰਹੀ ਹੈ। ਪੜ੍ਹਨ ਲਿਖਣ ਦਾ ਢੰਗ ਬਦਲਣ ਨਾਲ ਪ੍ਰੀਖਿਆ ਪ੍ਰਣਾਲੀ ਵੀ ਸਾਰਥਕ ਨਹੀਂ ਰਹੀ। ਗਿਆਨ ਇੰਨੀ ਤੇਜ਼ੀ ਨਾਲ ਦੁੱਗਣਾ ਚੌਗਣਾ ਹੋ ਰਿਹਾ ਹੈ ਕਿ ਪੜ੍ਹੇ ਲਿਖੇ ਵੀ ਅਨਪੜ੍ਹ ਸਿੱਧ ਹੋ ਰਹੇ ਹਨ। ਧੰਨਵਾਦ। ਪ੍ਰੇਰਨਾ। ਪ੍ਰਸਿੱਧ ਫਿਲਮੀ ਅਦਾਕਾਰ ਅਨੁਪਮ ਖੇਰ ਦਾ ਪਿਤਾ ਸ਼ਿਮਲੇ ਵਿੱਚ ਜੰਗਲਾਤ ਮਹਿਕਮੇ ਵਿੱਚ ਕਲਰਕ ਸੀ। ਇੱਕ ਦਿਨ ਉਹ ਅਨੁਪਮ ਖੇਰ ਨੂੰ ਇੱਕ ਚੰਗੇ ਹੋਟਲ ਵਿੱਚ ਖਾਣਾ ਖਾਣ ਲਈ ਲੈ ਗਿਆ। ਅਨੁਪਮ ਖੇਰ ਨੇ ਪਿਤਾ ਨੂੰ ਪੁੱਛਿਆ, ਕੀ ਤੁਹਾਡੀ ਤਰੱਕੀ ਹੋਈ ਹੈ ਜਾਂ ਲਾਟਰੀ ਨਿਕਲੀ ਹੈ? ਪਿਤਾ ਚੁੱਪ ਰਿਹਾ। ਖਾਣਾ ਖਾਣ ਮਗਰੋਂ ਪਿਤਾ ਨੇ ਪੁੱਤਰ ਨੂੰ ਦੱਸਿਆ ਕਿ ਤੂੰ 10ਵੀਂ ਵਿੱਚੋਂ ਫੇਲ ਹੋ ਗਿਆ ਹੈ। ਮੈਨੂੰ ਮੇਰੇ ਇੱਕ ਮਿੱਤਰ ਨੇ ਤੇਰੇ ਨਤੀਜੇ ਬਾਰੇ ਦੱਸਿਆ ਹੈ। ਮੈਂ ਤੈਨੂੰ ਇਸ ਲਈ ਇੱਥੇ ਲੈ ਕੇ ਆਇਆ ਕਿ ਤੈਨੂੰ ਦੱਸ ਸਕਾਂ ਕਿ ਅਸਫਲਤਾ ਤੋਂ ਘਬਰਾਉਣਾ ਨਹੀਂ, ਹੋਰ ਮਿਹਨਤ ਕਰਨੀ ਹੈ। ਪਿਤਾ ਦੀ ਗੱਲ ਮੰਨ ਕੇ ਅਨੁਪਮ ਖੇਰ ਨੇ ਭਰਪੂਰ ਮਿਹਨਤ ਕੀਤੀ ਅਤੇ ਸਫਲਤਾ ਦੀਆਂ ਪੌੜੀਆਂ ਚੜ੍ਹਦਾ ਗਿਆ। ਇਹ ਉਹਨਾਂ ਵੇਲਿਆਂ ਦੀ ਗੱਲ ਹੈ ਜਦੋਂ ਮੁੰਡੇ ਫੇਲ ਹੋਣ 'ਤੇ ਘਰੋਂ ਦੌੜ ਜਾਂਦੇ ਸਨ। ਧੰਨਵਾਦ। ਤਣਾਅ। ਇੱਕ ਲੜਕੀ ਦਾ ਜਦੋਂ ਵਿਆਹ ਹੋਇਆ ਤਾਂ ਉਹਨੇ ਮਹਿਸੂਸ ਕੀਤਾ ਕਿ ਪਤੀ ਹਰੇਕ ਕਾਰਜ ਨੇਮ ਅਨੁਸਾਰ ਕੀਤਾ ਜਾਣਾ ਪਸੰਦ ਕਰਦਾ ਸੀ। ਪਤੀ ਨੇ ਲਿਖ ਕੇ 30 ਨੇਮਾਂ ਦੀ ਸੂਚੀ ਪਤਨੀ ਨੂੰ ਦਿੱਤੀ, ਜਿਸ ਵਿੱਚ ਸਵੇਰੇ ਉੱਠਣ, ਨਾਸ਼ਤਾ ਤਿਆਰ ਕਰਨ, ਆਪ ਤਿਆਰ ਹੋਣ, ਸਫਾਈ ਰੱਖਣ ਆਦਿ ਲਈ ਹਦਾਇਤਾਂ ਸਨ, ਜਿਨ੍ਹਾਂ ਨੂੰ ਪੂਰਾ ਕਰਦਿਆਂ ਉਹ ਥੱਕ ਜਾਂਦੀ ਸੀ। ਕੋਈ ਘਾਟ ਰਹਿ ਜਾਣ ਦੀ ਆਲੋਚਨਾ ਹੁੰਦੀ ਸੀ। ਵਿਆਹ ਤੋਂ ਲਗਭਗ 10 ਸਾਲ ਮਗਰੋਂ ਪਤੀ ਦੀ ਹਾਦਸੇ 'ਚ ਮੌਤ ਹੋ ਗਈ। ਪਤਨੀ ਦੇ ਜੀਵਨ ਵਿੱਚ ਇੱਕ ਹੋਰ ਵਿਅਕਤੀ ਆਇਆ ਜਿਸ ਦਾ ਸੁਭਾਅ ਪਹਿਲੇ ਪਤੀ ਦੇ ਸੁਭਾਅ ਨਾਲੋਂ ਉਲਟ ਸੀ। ਉਹਨਾਂ ਦਾ ਵਿਆਹ ਹੋ ਗਿਆ। ਪਤੀ ਪਤਨੀ ਦੇ ਕੰਮਾਂ ਦੀ ਪ੍ਰਸ਼ੰਸਾ ਕਰਦਾ ਸੀ, ਗਲਤੀਆਂ ਅਣਡਿੱਠ ਕਰਦਾ ਸੀ, ਪਿਆਰ ਕਰਦਾ ਸੀ, ਪਤਨੀ ਦੀਆਂ ਲੋੜਾਂ ਦਾ ਧਿਆਨ ਰੱਖਦਾ ਸੀ। ਇੱਕ ਦਿਨ ਪਤੀ ਦੀ ਗੈਰ ਹਾਜ਼ਰੀ ਵਿੱਚ ਪਤਨੀ ਘਰ ਦੀ ਸਾਂਭ ਸੰਭਾਲ ਕਰ ਰਹੀ ਸੀ ਤਾਂ ਉਸਨੂੰ ਪਹਿਲੇ ਪਤੀ ਦੇ ਹੱਥ ਦੀ ਲਿਖੀ 30 ਨੇਮਾਂ ਵਾਲੀ ਸੂਚੀ ਆਪਣੇ ਕੱਪੜਿਆਂ ਦੀ ਅਲਮਾਰੀ ਵਿੱਚੋਂ ਲੱਭ ਪਈ। ਪਤਨੀ ਨੇ ਉਹ ਸੂਚੀ ਧਿਆਨ ਨਾਲ ਵੇਖੀ ਤੇ ਪੜ੍ਹੀ। ਉਸਨੇ ਮਹਿਸੂਸ ਕੀਤਾ ਕਿ ਉਹ ਪਾਲਣਾ ਤਾਂ ਹੁਣ ਵੀ ਉਹਨਾਂ ਨੇਮਾਂ ਦੀ ਹੀ ਕਰ ਰਹੀ ਸੀ, ਪਰ ਹੁਣ ਕੋਈ ਬੋਝ ਜਾਂ ਤਣਾਅ ਨਹੀਂ ਸੀ। ਗਲਤੀ ਹੋ ਜਾਣ ਦਾ ਡਰ ਨਹੀਂ ਸੀ, ਕਿਉਂਕਿ ਦੂਜਾ ਪਤੀ ਪਿਆਰ ਕਰਦਾ ਸੀ, ਜਿਸ ਕਾਰਨ ਪਤਨੀ ਨੂੰ ਪਤੀ ਦਾ ਧਿਆਨ ਰੱਖਣ ਵਿੱਚੋਂ ਆਨੰਦ ਮਿਲਦਾ ਸੀ। ਪਤੀ ਵੱਲੋਂ ਪਤਨੀ ਦਾ ਧਿਆਨ ਰੱਖਣ ਨਾਲ ਪਤਨੀ ਪ੍ਰਸੰਨ ਅਤੇ ਸੁਰੱਖਿਅਤ ਮਹਿਸੂਸ ਕਰਦੀ ਸੀ। ਧੰਨਵਾਦ। ਖੁੰਡੀ ਬਿਰਤੀ। ਭਾਰਤ ਵਿੱਚ ਖੋਜੀ ਬਿਰਤੀ ਇਸ ਭਰਮ ਕਾਰਨ ਨਹੀਂ ਉਪਜੀ ਕਿਉਂਕਿ ਅਸੀਂ ਕਹਿੰਦੇ ਰਹੇ ਹਾਂ ਅਤੇ ਸਾਨੂੰ ਦੱਸਿਆ ਜਾਂਦਾ ਰਿਹਾ ਹੈ ਕਿ ਧਰਮ ਨੇ ਸਭ ਜਾਣ ਲਿਆ ਹੈ। ਵੇਦ ਸੰਪੂਰਨ ਹਨ, ਗ੍ਰੰਥ ਸਦੀਵੀ ਹਨ, ਇਹਨਾਂ ਤੋਂ ਬਾਹਰ ਕੁਝ ਨਹੀਂ। ਇਹਨਾਂ ਕਾਰਨਾਂ ਕਰਕੇ ਸਾਡੇ ਦੇਸ਼ ਵਿੱਚ ਖੋਜੀ ਨਹੀਂ ਉਪਜੇ, ਸ਼ਰਧਾਲੂ ਹੀ ਪੈਦਾ ਹੋਏ ਹਨ। ਨਵੀਆਂ ਸਮੱਸਿਆਵਾਂ ਅਤੇ ਨਵੇਂ ਪ੍ਰਸ਼ਨਾਂ ਦੇ ਨਵੇਂ ਉੱਤਰ ਲੱਭਣ ਦੀ ਥਾਂ ਅਸੀਂ ਸਭ ਕੁਝ ਪੁਰਾਤਨ ਗ੍ਰੰਥਾਂ ਵਿੱਚੋਂ ਲੱਭਦੇ ਰਹੇ। ਪੂਜਾ ਕਰਨ ਨਾਲ ਅਮੀਰ ਹੋਣ ਅਤੇ ਯੱਗ ਕਰਨ ਨਾਲ ਮੀਂਹ ਪਵਾਉਣ ਦਾ ਯਤਨ ਕਰਦੇ ਰਹੇ। ਇਹਨਾਂ ਕਾਰਨਾਂ ਕਰਕੇ ਸਾਡੀ ਜਗਿਆਸਾ ਸ਼ਾਂਤ ਹੋਣ ਦੀ ਥਾਂ ਖੁੰਡੀ ਹੁੰਦੀ ਗਈ ਅਤੇ ਅਸੀਂ ਸੋਚਣਾ ਹੀ ਭੁੱਲ ਗਏ।
ਧੰਨਵਾਦ। ਪਾਠਕ ਤੇ ਪੁਸਤਕ। ਕੋਈ ਪੁਸਤਕ ਉਦੋਂ ਤੱਕ ਹੀ ਲੇਖਕ ਦੀ ਹੁੰਦੀ ਹੈ ਜਦੋਂ ਤੱਕ ਉਹ ਛਪਦੀ ਨਹੀਂ। ਛਪ ਕੇ ਪੁਸਤਕ ਪਾਠਕ ਦੀ ਹੋ ਜਾਂਦੀ ਹੈ। ਇਹ ਹਰੇਕ ਲਈ ਨਿਸ਼ਾਨਾ ਬਣ ਜਾਂਦੀ ਹੈ। ਪਾਠਕ ਜਿੱਧਰੋਂ ਜਦੋਂ ਚਾਹੇ ਵੇਖ ਪਰਖ ਸਕਦਾ ਹੈ, ਟਿੱਪਣੀ ਕਰ ਸਕਦਾ ਹੈ, ਹਮਲਾ ਬੋਲ ਸਕਦਾ ਹੈ। ਜੇ ਪੁਸਤਕ ਸਥਿਰ ਰਹੇ ਤਾਂ ਉਤੇਜਿਤ ਹੋਇਆ ਪਾਠਕ ਹਿਲ ਜੁਲ ਕੇ ਸ਼ਾਂਤ ਹੋ ਜਾਂਦਾ ਹੈ। ਫਿਰ ਉਹ ਪੁਸਤਕ ਨੂੰ ਮਾਣਦਾ ਹੀ ਨਹੀਂ, ਹੋਰਾਂ ਨੂੰ ਉਹਦਾ ਤੋਹਫਾ ਵੀ ਦੇਣ ਲੱਗ ਪੈਂਦਾ ਹੈ। ਧੰਨਵਾਦ। 3 ਮੁਸ਼ਕਿਲਾਂ। ਜਦੋਂ ਕੋਈ ਗਰੀਬ ਵੀ ਹੋਵੇ, ਬੇਰੁਜ਼ਗਾਰ ਵੀ ਹੋਵੇ ਅਤੇ ਪ੍ਰੇਮਿਕਾ ਵੀ ਛੱਡ ਜਾਏ ਤਾਂ ਇੱਕੋ ਵੇਲੇ 3 ਖੁਦਕੁਸ਼ੀਆਂ ਕਰਨ ਨੂੰ ਮਨ ਕਰਦਾ ਹੈ। ਪਰ ਉਹ ਇੰਨਾ ਨਿਢਾਲ ਹੋਇਆ ਹੁੰਦਾ ਹੈ ਕਿ ਫੈਸਲਾ ਹੀ ਨਹੀਂ ਕਰ ਸਕਦਾ ਕਿ ਪਹਿਲਾਂ ਕਿਹੜੀ ਖੁਦਕੁਸ਼ੀ ਕਰੇ। ਧੰਨਵਾਦ। ਵੱਖਰੇਵਾਂ। ਜੇ ਤੁਹਾਨੂੰ ਪੁਸਤਕਾਂ ਪੜ੍ਹਨ, ਸੰਗੀਤ ਸੁਣਨ ਅਤੇ ਕੁਝ ਨਵਾਂ ਕਰਨ ਆਦਿ ਵਿੱਚ ਡੂੰਘੀ ਦਿਲਚਸਪੀ ਹੈ ਤਾਂ ਤੁਹਾਨੂੰ ਆਪਣੇ ਵਿੱਚ ਹੋਰਾਂ ਨਾਲੋਂ ਵੱਖਰੇਵਾਂ ਆਪ ਮੁਹਾਰੇ ਮਹਿਸੂਸ ਹੋਣ ਲੱਗ ਪਏਗਾ। ਤੁਸੀਂ ਹੋਰਾਂ ਨੂੰ ਆਪਣੇ ਤੋਂ ਨੀਵਾਂ ਤਾਂ ਨਹੀਂ ਸਮਝੋਗੇ, ਪਰ ਆਪਣੇ ਆਪ ਨੂੰ ਉਹਨਾਂ ਤੋਂ ਉੱਚਾ ਅਤੇ ਅਮੀਰ ਮਹਿਸੂਸ ਕਰੋਗੇ। ਧੰਨਵਾਦ। ਵਿਦਿਆਰਥੀ। ਇੱਕ ਅਧਿਆਪਕ ਨੇ ਕਿਸੇ ਨੂੰ ਪੁੱਛਿਆ, ਤੁਹਾਡੀ ਜਮਾਤ ਵਿੱਚ ਕਿੰਨੇ ਵਿਦਿਆਰਥੀ ਹਨ? ਅਧਿਆਪਕ ਨੇ ਕਿਹਾ 4-5 ਹਨ। ਪੁੱਛਣ ਵਾਲੇ ਨੇ ਕਿਹਾ ਬੈਠੇ ਤਾਂ 40 ਤੋਂ ਵਧੇਰੇ ਹਨ। ਹਾਂ, ਪਰ ਵਿਦਿਆਰਥੀ 4-5 ਹਨ। ਬਾਕੀ ਇਮਤਿਹਾਨ ਪਾਸ ਕਰਨ ਲਈ ਆਉਂਦੇ ਹਨ। ਉਹਨਾਂ ਦੀ ਪੜ੍ਹਾਈ ਵਿੱਚ, ਪੜ੍ਹਨ ਲਿਖਣ ਵਿੱਚ, ਕੁਝ ਸਮਝਣ, ਕੁਝ ਸਿੱਖਣ ਜਾਂ ਪੁੱਛਣ ਵਿੱਚ ਕੋਈ ਦਿਲਚਸਪੀ ਨਹੀਂ, ਸੋ ਉਹਨਾਂ ਨੂੰ ਵਿਦਿਆਰਥੀ ਨਹੀਂ ਕਿਹਾ ਜਾ ਸਕਦਾ। ਧੰਨਵਾਦ। ਭੋਲਾਪਨ। ਦਾਦੀਆਂ ਨਾਨੀਆਂ ਕਿੰਨੀਆਂ ਭੋਲੀਆਂ ਹੁੰਦੀਆਂ ਸਨ। ਦਾਦੀ ਨੇ ਪੁੱਤਰ ਨੂੰ ਬਦਰੀਨਾਥ ਜਾਣ ਦੀ ਇੱਛਾ ਪ੍ਰਗਟਾਈ ਅਤੇ ਲੈ ਕੇ ਜਾਣ ਲਈ ਕਿਹਾ। ਪੁੱਤਰ ਨੇ ਧਿਆਨ ਨਾ ਦਿੱਤਾ। 5 ਸਾਲ ਦੇ ਪੋਤੇ ਨੇ ਕਿਹਾ, ਦਾਦੀ ਮੈਂ ਲੈ ਕੇ ਜਾਵਾਂਗਾ, ਅਤੇ ਦਾਦੀ ਉਹਦੇ ਜਵਾਨ ਹੋਣ ਦੀ ਉਡੀਕ ਕਰਨ ਲੱਗ ਪੈਂਦੀ ਸੀ। ਧੰਨਵਾਦ। ਅਧਿਕਾਰੀਆਂ ਦੇ ਬੱਚੇ। ਸ਼ਕਤੀਸ਼ਾਲੀ ਅਹੁਦਿਆਂ 'ਤੇ ਲੱਗੇ ਅਧਿਕਾਰੀਆਂ ਦੇ ਪੁੱਤਰ ਧੀਆਂ ਜੇ ਕਾਨੂੰਨ ਦੀ ਪਾਲਣਾ ਕਰਨ ਤਾਂ ਉਹਨਾਂ ਦੇ ਮਹੱਤਵ ਦਾ ਪਤਾ ਹੀ ਨਹੀਂ ਲੱਗਦਾ, ਸੋ ਆਪਣੇ ਮਹੱਤਵ ਕਾਨੂੰਨ ਤੋੜ ਕੇ ਸਥਾਪਿਤ ਕਰਦੇ ਹਨ। ਜਲੰਧਰ ਦੇ ਮੇਅਰ ਦਾ ਪੁੱਤਰ ਆਪਣੀ ਵੱਡੀ ਕਾਰ ਸ਼ਹਿਰ ਦੀ ਮੁੱਖ ਸੜਕ ਦੇ ਵਿਚਕਾਰ ਖੜੀ ਕਰਕੇ ਆਪ ਚਲਾ ਗਿਆ, ਜਿਸ ਕਾਰਨ ਆਵਾਜਾਈ ਰੁਕ ਗਈ। ਸੰਯੋਗਵਸ਼ ਹਾਈ ਕੋਰਟ ਦਾ ਜੱਜ ਉੱਥੋਂ ਲੰਘ ਰਿਹਾ ਸੀ। ਉਹਨੇ ਫੋਨ ਕਰਕੇ ਪੁਲਿਸ ਨੂੰ ਕਾਰਵਾਈ ਨਾ ਕਰਨ ਦਾ ਕਾਰਨ ਪੁੱਛਿਆ, ਜਿਸ ਕਾਰਨ ਪੁਲਿਸ ਨੇ ਹਰਕਤ ਵਿੱਚ ਆ ਕੇ ਨਾ ਕੇਵਲ ਕਾਰ ਆਪਣੇ ਕਬਜ਼ੇ 'ਚ ਲੈ ਲਈ, ਮੇਅਰ ਦੇ ਪੁੱਤਰ ਨੂੰ ਗ੍ਰਿਫਤਾਰ ਵੀ ਕੀਤਾ ਅਤੇ ਲੋਕਾਂ ਦੇ ਵਿਰੋਧ ਕਾਰਨ ਮੇਅਰ ਦਾ ਆਪਣਾ ਅਹੁਦਾ ਵੀ ਖੁੱਸ ਗਿਆ। ਧੰਨਵਾਦ। ਗੱਲਬਾਤ। ਕਿਸਾਨ ਨਾਲ ਗੱਲ ਕਰਨੀ ਹੈ ਤਾਂ ਖੇਤ ਦੇ ਮੁਹਾਵਰੇ ਵਿੱਚ ਕਰੋ, ਬਾਣੀਏ ਨਾਲ ਬੱਚਤ ਦੇ ਮੁਹਾਵਰੇ ਵਿੱਚ, ਸ਼ਰਾਬੀ ਨਾਲ ਬੋਤਲ ਦੇ ਹਵਾਲੇ ਨਾਲ, ਇਸਤਰੀ ਨਾਲ ਬੱਚਿਆਂ ਦੇ ਹਵਾਲੇ ਨਾਲ ਅਤੇ ਵਿਦਵਾਨ ਨਾਲ ਪੁਸਤਕਾਂ ਦੇ ਹਵਾਲੇ ਨਾਲ। ਗੱਲਬਾਤ ਵਿੱਚ ਕੋਈ ਸਮੱਸਿਆ ਨਹੀਂ ਆਏਗੀ। ਧੰਨਵਾਦ। ਤੋਹਫੇ। ਜ਼ਿੰਦਗੀ ਵਿੱਚ ਸਾਨੂੰ ਕਈ ਤੋਹਫੇ ਮਿਲਦੇ ਹਨ ਜਿਹੜੇ ਪਸੰਦ ਨਹੀਂ ਹੁੰਦੇ। ਇਹਨਾਂ ਨੂੰ ਅਸੀਂ ਅੱਗੇ ਤੋਰ ਦਿੰਦੇ ਹਾਂ। ਯੂਨੀਵਰਸਿਟੀ 'ਚ ਪੜ੍ਹਦੀ ਲੜਕੀ ਕਿਸੇ ਜਾਣੂ ਲੜਕੇ ਤੋਂ ਖਹਿੜਾ ਛੁਡਾਉਣ ਲਈ ਆਪਣੀ ਇੱਕ ਜਾਣੂ ਲੜਕੀ ਕੋਲ ਲੜਕੇ ਦੀਆਂ ਸਿਫਤਾਂ ਕਰਕੇ ਸਹੀ ਵਿਧੀ ਰਾਹੀਂ ਲੜਕਾ ਇੱਕ ਤੋਹਫੇ ਵਾਂਗ ਉਹਨੂੰ ਸੰਭਾਲ ਗਏ। ਧੰਨਵਾਦ। ਫਿਲਮ ਦਾ ਮੀਰੀ ਗੁਣ। ਜਾਗਤੇ ਰਹੋ ਫਿਲਮ ਵਿੱਚ ਰਾਜ ਕਪੂਰ ਸਾਰੀ ਫਿਲਮ ਵਿੱਚ ਚੁੱਪ ਹੀ ਰਹਿੰਦਾ ਹੈ। ਭਾਰਤ ਵਿੱਚ ਫਿਲਮ ਫੇਲ ਹੋ ਗਈ। ਜਦੋਂ ਅੰਤਰਰਾਸ਼ਟਰੀ ਫਿਲਮ ਮੇਲੇ ਵਿੱਚ ਇਸ ਫਿਲਮ ਦੀ ਪ੍ਰਸ਼ੰਸਾ ਹੋਈ ਤਾਂ ਭਾਰਤੀ ਸਿਨੇਮਿਆਂ ਵਿੱਚ ਫਿਰ ਵਿਖਾਈ ਜਾਣ ਲੱਗੀ। ਲੋਕਾਂ ਨੇ ਵੇਖੀ ਅਤੇ ਕਾਮਯਾਬ ਹੋਈ। ਰਾਜ ਕਪੂਰ ਦੇ ਚਿਹਰੇ ਦੇ ਪ੍ਰਭਾਵ
ਫਿਲਮ ਦਾ ਮੀਰੀ ਗੁਣ ਸਨ। ਧੰਨਵਾਦ। ਯੋਗਤਾ। ਪੁਰਾਣੇ ਜ਼ਮਾਨੇ ਵਿੱਚ ਰਾਜੇ ਨੇ ਜਦੋਂ ਕਿਸੇ ਨੂੰ ਵੱਡਾ ਵਜ਼ੀਰ ਬਣਾਉਣਾ ਹੁੰਦਾ ਸੀ ਤਾਂ ਉਹਦੀ ਯੋਗਤਾ ਨੂੰ ਪਰਖਦਾ ਸੀ। ਇਹ ਪਰਖ ਸਭ ਦੇ ਸਾਹਮਣੇ ਹੁੰਦੀ ਸੀ। ਇੱਕ ਵਾਰੀ ਰਾਜੇ ਨੇ ਆਪਣੇ ਵਜ਼ੀਰਾਂ ਨੂੰ ਇੱਕ ਵੱਡਾ ਬੰਦ ਗੇਟ ਵਿਖਾਇਆ ਅਤੇ ਕਿਹਾ, ਇਹ ਇਕੱਲਿਆਂ ਖੋਲ੍ਹਣਾ ਹੈ। ਕਿਵੇਂ ਖੋਲ੍ਹਿਆ ਜਾ ਸਕਦਾ ਹੈ? ਬਹੁਤਿਆਂ ਨੇ ਤਾਂ ਗੇਟ ਦਾ ਆਕਾਰ ਵੇਖ ਕੇ ਕਹਿ ਦਿੱਤਾ, ਸੰਭਵ ਨਹੀਂ। ਬਾਕੀ ਚੁੱਪ ਹੀ ਰਹੇ। ਇੱਕ ਵਜ਼ੀਰ ਨੇ ਸੋਚਿਆ ਕਿ ਰਾਜੇ ਦੇ ਪਰਖਣ ਦੇ ਢੰਗ ਵਿੱਚ ਕੋਈ ਗੁੱਝੀ ਗੱਲ ਹੈ। ਉਸਨੂੰ ਮਹਿਸੂਸ ਹੋਇਆ ਕਿ ਗੇਟ ਜਾਂ ਦਰਵਾਜ਼ੇ ਬੰਦ ਰੱਖਣ ਲਈ ਨਹੀਂ, ਖੋਲ੍ਹਣ, ਵਰਤਣ ਅਤੇ ਲੰਘਣ ਲਈ ਹੁੰਦੇ ਹਨ। ਉਸਨੇ ਗੇਟ ਕੋਲ ਜਾ ਕੇ ਧਿਆਨ ਨਾਲ ਵੇਖਿਆ ਕਿ ਗੇਟ ਪੱਕੇ ਤੌਰ 'ਤੇ ਬੰਦ ਨਹੀਂ ਸੀ। ਉਸਨੇ ਹੌਲੀ ਜਿਹੀ ਧੱਕਿਆ, ਗੇਟ ਥੋੜ੍ਹਾ ਜਿਹਾ ਖੁੱਲ੍ਹ ਗਿਆ। ਦੋਹਾਂ ਹੱਥਾਂ ਨਾਲ ਧੱਕਿਆ ਅਤੇ ਗੇਟ ਦਾ ਇੱਕ ਅੱਧ ਖੁੱਲ੍ਹ ਗਿਆ। ਰਾਜੇ ਨੇ ਐਲਾਨ ਕੀਤਾ, ਵੱਡੇ ਵਜ਼ੀਰ ਦੀ ਪਦਵੀ ਤੁਹਾਡੀ ਹੈ, ਕਿਉਂਕਿ ਤੁਸੀਂ ਕੇਵਲ ਸੁਣੇ ਵੇਖੇ 'ਤੇ ਵਿਸ਼ਵਾਸ ਨਹੀਂ ਕੀਤਾ। ਤੁਸੀਂ ਆਪਣੀ ਸੋਚ ਵਰਤੀ, ਯਤਨ ਕੀਤਾ ਅਤੇ ਵੇਖਿਆ ਕਿ ਗੇਟ ਖੋਲ੍ਹਿਆ ਜਾ ਸਕਦਾ ਸੀ। ਧੰਨਵਾਦ। ਯੂਰਪ ਵਿੱਚ ਰਿਸ਼ਤੇ। ਯੂਰਪ ਵਿੱਚ ਕੇਵਲ 8 ਰਿਸ਼ਤੇ ਸਪਸ਼ਟ ਹਨ: ਮਾਤਾ, ਪਿਤਾ, ਪੁੱਤਰ, ਧੀ, ਭਰਾ, ਭੈਣ, ਪਤੀ, ਪਤਨੀ। ਬਾਕੀ ਰਿਸ਼ਤੇ ਪ੍ਰਗਟਾਉਣ ਦਾ ਉਚੇਚ ਕਰਨਾ ਪੈਂਦਾ ਹੈ, ਸਮਝਾਉਣਾ ਪੈਂਦਾ ਹੈ ਕਿ ਇਹ ਰਿਸ਼ਤਾ ਮਾਂ ਵੱਲੋਂ ਹੈ ਕਿ ਪਿਤਾ ਵੱਲੋਂ। ਮਾਮੇ ਅਤੇ ਚਾਚੇ ਵਿੱਚ, ਜੀਜੇ ਅਤੇ ਸਾਲੇ ਵਿੱਚ, ਭਾਬੀ ਅਤੇ ਸਾਲੀ ਵਿੱਚ ਅੰਤਰ ਸਮਝਾਉਣਾ ਪੈਂਦਾ ਹੈ। ਏਸ਼ੀਆਈ ਦੇਸ਼ਾਂ ਵਿੱਚ ਹਰੇਕ ਰਿਸ਼ਤੇ ਦਾ ਵੱਖਰਾ ਅਤੇ ਸਪਸ਼ਟ ਨਾਂ ਹੈ। ਮੁਸਲਿਮ ਸਮਾਜ ਵਿੱਚ ਬਹੁ ਵਿਵਾਹ ਦੀ ਪ੍ਰਥਾ ਕਾਰਨ ਰਿਸ਼ਤਿਆਂ ਦੀ ਭਰਮਾਰ ਹੈ। ਜਿੱਥੇ ਜਿੰਨੇ ਵਧੇਰੇ ਰਿਸ਼ਤੇ ਹੋਣਗੇ, ਉੱਥੇ ਜੀਵਨ ਵਿੱਚ ਓਨੇ ਵਧੇਰੇ ਦਖਲ ਦੇਣ ਵਾਲੇ ਹੋਣਗੇ। ਧੰਨਵਾਦ। ਵਿਸ਼ੇਸ਼ ਦਿਹਾੜਾ। ਅੱਜ ਉਹਨਾਂ ਦੇ ਵਿਆਹ ਦੀ ਵਰ੍ਹੇਗੰਢ ਸੀ। ਆਰਤੀ ਨੂੰ ਲੱਗ ਰਿਹਾ ਸੀ ਕਿ ਉਹਦੇ ਪਤੀ ਨੂੰ ਯਾਦ ਨਹੀਂ ਹੋਣਾ ਕਿ ਅੱਜ ਦਾ ਦਿਨ ਵਿਸ਼ੇਸ਼ ਦਿਹਾੜਾ ਸੀ। ਵਿਆਹ ਨੂੰ 8 ਹੀ ਸਾਲ ਹੋਏ ਸਨ, ਪਰ ਜ਼ਿੰਦਗੀ ਦੀ ਰੌਣਕ ਕਦੋਂ ਦੀ ਮੁੱਕ ਗਈ ਸੀ। ਕੋਈ ਸਮਾਂ ਸੀ ਜਦੋਂ ਇੱਕ ਦੂਜੇ ਤੋਂ ਬਿਨਾਂ ਨਹੀਂ ਸੀ ਰਹਿ ਸਕਦੇ। ਹੁਣ ਇੱਕ ਦੂਜੇ ਨਾਲ ਰਹਿਣਾ ਮੁਸ਼ਕਿਲ ਲੱਗ ਰਿਹਾ ਸੀ। ਉਹ ਨਿੱਕੀ ਨਿੱਕੀ ਗੱਲ 'ਤੇ ਲੜਨ ਲੱਗ ਪਏ ਸਨ। ਉਹ ਆਪਸ ਵਿੱਚ ਬੋਲਦੇ ਨਹੀਂ ਸਨ। ਉਹ ਭਾਵੇਂ ਇੱਕ ਹੀ ਛੱਤ ਥੱਲੇ ਰਹਿ ਰਹੇ ਸਨ, ਪਰ ਉਹਨਾਂ ਦਾ ਰਿਸ਼ਤਾ ਜਿਵੇਂ ਬੁਝ ਗਿਆ ਸੀ। ਦੋਵੇਂ ਰਿਸ਼ਤੇ ਨੂੰ ਸੁਧਾਰਨਾ ਚਾਹੁੰਦੇ ਸਨ, ਪਰ ਕੋਈ ਢੰਗ ਤਰੀਕਾ ਨਹੀਂ ਸੀ ਲੱਭ ਰਿਹਾ। ਮੀਂਹ ਪੈਣ ਲੱਗ ਪਿਆ ਸੀ। ਆਰਤੀ ਫਿਕਰ ਕਰ ਰਹੀ ਸੀ, ਪਤੀ ਘਰ ਕਿਵੇਂ ਪਹੁੰਚੇਗਾ। ਬੈਲ ਵੱਜੀ, ਬੂਹਾ ਖੋਲ੍ਹਿਆ। ਵੇਖਿਆ ਹੱਥਾਂ ਵਿੱਚ ਗੁਲਦਸਤਾ ਲੈ ਕੇ ਮੀਂਹ ਵਿੱਚ ਗੁੜੁੱਚ ਪਤੀ ਖਲੋਤਾ ਸੀ। ਪਤੀ ਮੁਸਕਰਾ ਰਿਹਾ ਸੀ। ਆਰਤੀ ਨੂੰ ਵਿਨੋਦ ਦੀ ਅਦਾ ਚੰਗੀ ਲੱਗੀ। ਉਹਨੇ ਪਤੀ ਨੂੰ ਉੱਥੇ ਖਲੋਤੇ ਨੂੰ ਹੀ ਗਲਵੱਕੜੀ ਪਾ ਲਈ। ਵਿਆਹ ਦਾ ਦਿਨ ਜਾਂ ਜਨਮ ਦਿਨ ਜਾਂ ਬੱਚੇ ਦਾ ਜਨਮ ਦਿਨ, ਦਿਹਾੜਾ ਜਾਂ ਤਿਉਹਾਰ ਗਿਲੇ ਸ਼ਿਕਵਿਆਂ ਨੂੰ ਭੁੱਲਣ ਦੇ ਅਵਸਰ ਹੁੰਦੇ ਹਨ। ਕਈ ਵਾਰੀ ਜ਼ਿੰਦਗੀ ਵਿੱਚੋਂ ਗੁਆਚੀ ਰੌਣਕ ਵਾਪਸ ਲੈ ਆਉਣ ਲਈ ਵਿਆਹ ਵਾਲੇ ਦਿਨ ਇੱਕ ਗੁਲਦਸਤਾ ਜਾਂ ਇੱਕ ਫੁੱਲ ਹੀ ਕਾਫੀ ਹੁੰਦਾ ਹੈ। ਜ਼ਿੰਦਗੀ ਦੇ ਦੀਵੇ ਵਿੱਚੋਂ ਮੁੱਕਦੀ ਜਾਂਦੀ ਰੌਣਕ ਦਾ ਤੇਲ ਦੋਹਾਂ ਨੇ ਰਲ ਕੇ ਪਾਉਣਾ ਹੁੰਦਾ ਹੈ। ਰੱਖੜੀ ਦਾ ਤਿਉਹਾਰ ਭੈਣਾਂ ਭਰਾਵਾਂ ਦੇ ਗਿਲੇ ਸ਼ਿਕਵਿਆਂ ਨੂੰ ਦੂਰ ਕਰਨ ਦਾ ਅਵਸਰ ਹੁੰਦਾ ਹੈ। ਦੀਵਾਲੀ ਦਾ ਤਿਉਹਾਰ ਰੁੱਸਿਆਂ ਨੂੰ ਮਨਾਉਣ ਦਾ ਸੁਨਹਿਰੀ ਮੌਕਾ ਹੁੰਦਾ ਹੈ। ਧੰਨਵਾਦ। ਹਿੱਤ। ਵਿਦੇਸ਼ ਜਾ ਕੇ ਹਿੰਦੂ ਧਰਮ ਬਾਰੇ ਵਿਖਿਆਨ ਦੇਣ ਤੋਂ ਪਹਿਲਾਂ ਵਿਵੇਕਾਨੰਦ ਦੀ ਮਾਂ ਜਾਣਨਾ ਚਾਹੁੰਦੀ ਸੀ ਕਿ ਕੀ ਉਹ ਹਿੰਦੂ ਧਰਮ ਦੀ ਭਾਵਨਾ ਨੂੰ ਚੰਗੀ ਤਰ੍ਹਾਂ ਸਮਝਦਾ ਸੀ ਕਿ ਨਹੀਂ। ਸ਼ਾਮ ਨੂੰ ਖਾਣਾ ਖਵਾਉਣ ਤੋਂ ਪਹਿਲਾਂ ਮਾਂ ਨੇ ਵਿਵੇਕਾਨੰਦ ਨੂੰ ਇੱਕ ਫਲ ਕੱਟਣ ਲਈ ਕਿਹਾ। ਫਲ ਕੱਟ ਕੇ ਵਿਵੇਕਾਨੰਦ ਨੇ ਚਾਕੂ ਰੱਖ ਦਿੱਤਾ। ਮਾਂ ਨੇ ਚਾਕੂ ਮੰਗਿਆ। ਵਿਵੇਕਾਨੰਦ ਨੇ ਤੇਜ਼ ਧਾਰ ਵਾਲਾ ਪਾਸਾ ਆਪਣੇ ਹੱਥ ਵਿੱਚ ਫੜ ਕੇ ਲੱਕੜ ਦੇ ਮੁੱਠੇ ਵਾਲਾ ਪਾਸਾ ਮਾਂ ਵੱਲ ਕੀਤਾ। ਮਾਂ ਨੇ ਕਿਹਾ, ਬੇਟਾ ਤੂੰ ਮੇਰੀ ਪ੍ਰੀਖਿਆ ਪਾਸ ਕਰ ਲਈ ਹੈ। ਵਿਵੇਕਾਨੰਦ ਨੇ ਜਾਣਨਾ ਚਾਹਿਆ ਕਿ ਪ੍ਰੀਖਿਆ ਕੀ ਸੀ ਅਤੇ ਉਹਨੇ ਕਿਵੇਂ ਪਾਸ ਕੀਤੀ ਸੀ। ਮਾਂ ਨੇ ਚਾਕੂ ਨੂੰ ਫੜਨ ਫੜਾਉਣ ਦਾ ਵੇਰਵਾ ਦੇ ਕੇ ਕਿਹਾ, ਜਿਹੜਾ ਵਿਅਕਤੀ ਕੇਵਲ ਆਪਣਾ ਹਿੱਤ ਪਾਲਣ ਦੀ ਥਾਂ ਹੋਰਾਂ ਦਾ ਖਿਆਲ ਰੱਖਦਾ ਹੈ, ਉਹ ਧਰਮ ਦਾ ਸਾਰ ਜਾਣਦਾ ਹੈ। ਜਿਹੜਾ ਧਰਮ ਦਾ ਸਾਰ ਜਾਣਦਾ ਹੈ,
ਤੇ ਧਰਮ ਨਿਭਾਉਂਦਾ ਹੈ, ਉਸੇ ਨੂੰ ਧਰਮ ਦਾ ਪ੍ਰਚਾਰ ਕਰਨ ਦਾ ਅਧਿਕਾਰ ਹੈ। ਧੰਨਵਾਦ। ਗਲਤੀ ਮੰਨਣਾ। ਦੋ ਪਰਿਵਾਰ ਗੁਆਂਢੀ ਸਨ। ਇੱਕ ਪਰਿਵਾਰ ਵਿੱਚ ਪਤੀ ਪਤਨੀ ਹਰ ਗੱਲ 'ਤੇ ਲੜਦੇ ਸਨ, ਪਰ ਦੂਜੇ ਪਰਿਵਾਰ ਵਿੱਚੋਂ ਕਦੇ ਉੱਚੀ ਆਵਾਜ਼ ਵੀ ਸੁਣਾਈ ਨਹੀਂ ਸੀ ਦਿੱਤੀ। ਪਤਨੀ ਨੇ ਕਿਹਾ, ਅਸੀਂ ਉਹਨਾਂ ਵਾਂਗ ਕਿਉਂ ਪ੍ਰਸੰਨ ਨਹੀਂ ਹੋ ਸਕਦੇ? ਪਤਾ ਲਾਓ ਸਮੱਸਿਆ ਕਿੱਥੇ ਹੈ। ਪਤੀ ਗੁਆਂਢੀਆਂ ਦੇ ਦਰਵਾਜ਼ੇ ਬਾਹਰ ਖਲੋ ਕੇ ਬਾਰੀ ਦੇ ਸ਼ੀਸ਼ੇ ਰਾਹੀਂ ਅੰਦਰ ਦਾ ਦ੍ਰਿਸ਼ ਵੇਖ ਰਿਹਾ ਸੀ ਤੇ ਗੱਲਬਾਤ ਸੁਣ ਰਿਹਾ ਸੀ। ਪਤੀ ਮੇਜ਼ 'ਤੇ ਬੈਠਾ ਕੁਝ ਲਿਖ ਰਿਹਾ ਸੀ। ਪਤਨੀ ਰਸੋਈ ਵਿੱਚ ਸੀ। ਟੈਲੀਫੋਨ ਦੀ ਘੰਟੀ ਵੱਜੀ। ਪਤੀ ਕਾਹਲੀ ਨਾਲ ਫੋਨ ਸੁਣਨ ਉੱਠਿਆ ਤੇ ਇੱਕ ਸਜਾਵਟੀ ਫੁੱਲਦਾਨ ਡਿੱਗ ਕੇ ਟੁੱਟ ਗਿਆ। ਪਤੀ ਝੁੱਕ ਕੇ ਫੁੱਲਦਾਨ ਦੇ ਟੁਕੜੇ ਇਕੱਠੇ ਕਰ ਰਿਹਾ ਸੀ। ਪਤਨੀ ਵੀ ਆ ਕੇ ਟੁਕੜੇ ਇਕੱਠੇ ਕਰਨ ਲੱਗ ਪਈ। ਪਤੀ ਨੇ ਕਿਹਾ, ਮੇਰੀ ਗਲਤੀ ਸੀ, ਮੈਂ ਉੱਠਣ ਵਿੱਚ ਕਾਹਲ ਕੀਤੀ ਸੀ। ਪਤਨੀ ਨੇ ਕਿਹਾ, ਕਸੂਰਵਾਰ ਮੈਂ ਹਾਂ। ਕੱਲ੍ਹ ਮੈਂ ਫੁੱਲਦਾਨ ਨੂੰ ਸਾਫ਼ ਕੀਤਾ ਸੀ ਤੇ ਸਾਫ਼ ਕਰਕੇ ਉਸ ਨੂੰ ਉਸੇ ਦੀ ਥਾਂ 'ਤੇ ਰੱਖਿਆ ਨਹੀਂ, ਇੱਥੇ ਹੀ ਪਿਆ ਰਿਹਾ। ਫੁੱਲਦਾਨ ਗਲਤ ਥਾਂ 'ਤੇ ਪਿਆ ਹੋਣ ਕਰਕੇ ਟੁੱਟਿਆ ਹੈ। ਇਹ ਦ੍ਰਿਸ਼ ਵੇਖ ਕੇ ਗੁਆਂਢੀ ਆਪਣੇ ਘਰ ਆ ਗਿਆ। ਉਹਨੇ ਦੱਸਿਆ ਕਿ ਉਹਨਾਂ ਦੀ ਪ੍ਰਸੰਨਤਾ ਦਾ ਕਾਰਨ ਇਹ ਹੈ ਕਿ ਉਹ ਦੋਵੇਂ ਆਪਣੀ ਗਲਤੀ ਮੰਨ ਰਹੇ ਸਨ, ਜਦੋਂ ਕਿ ਅਸੀਂ ਹਰ ਗੱਲ ਵਿੱਚ ਆਪਣੇ ਠੀਕ ਹੋਣ ਦੀ ਜ਼ਿੱਦ ਕਰਦੇ ਹਾਂ। ਧੰਨਵਾਦ। ਜ਼ਿੰਮੇਵਾਰ। ਇੱਕ ਯੂਨਾਨੀ ਫਿਲਾਸਫਰ ਡਾਇਓਜਨੀਸ ਦਾ ਸਾਰੇ ਸਤਿਕਾਰ ਕਰਦੇ ਸਨ, ਕਿਉਂਕਿ ਉਹਦਾ ਵਿਹਾਰ ਤੇ ਬੋਲਬਾਣੀ ਬੜੀ ਅਰਥਪੂਰਨ, ਸਰਲ ਤੇ ਸਪਸ਼ਟ ਹੋਇਆ ਕਰਦੀ ਸੀ। ਇੱਕ ਵਾਰੀ ਡਾਇਓਜਨੀਸ ਲੰਘ ਰਿਹਾ ਸੀ ਤਾਂ ਉਹਨੇ ਇੱਕ ਪੁੱਤਰ ਨੂੰ ਪਿਤਾ ਨਾਲ ਗੱਲਬਾਤ ਕਰਦਿਆਂ ਬਦਕਲਾਮੀ ਤੇ ਬਦਤਮੀਜ਼ੀ ਕਰਦਿਆਂ ਵੇਖਿਆ। ਡਾਇਓਜਨੀਸ ਨੇ ਬਦਤਮੀਜ਼ੀ ਕਰਨ ਵਾਲੇ ਪੁੱਤਰ ਨੂੰ ਕੁਝ ਨਾ ਕਿਹਾ, ਪਰ ਪਿਤਾ ਨੂੰ ਕੱਸ ਕੇ ਚਪੇੜ ਮਾਰੀ ਤੇ ਕਿਹਾ, ਇਸ ਦੇ ਭੈੜੇ ਵਿਹਾਰ ਲਈ ਜ਼ਿੰਮੇਵਾਰ ਤੁਸੀਂ ਹੋ। ਧੰਨਵਾਦ। ਫਾਸਲਾ। ਇੱਕ ਰਾਜਕੁਮਾਰੀ ਦਰਬਾਰ ਦੇ ਇੱਕ ਨੌਕਰ ਨੂੰ ਪਿਆਰ ਕਰਦੀ ਸੀ, ਜਿਹੜਾ ਰਾਜੇ ਨੂੰ ਪਸੰਦ ਨਹੀਂ ਸੀ। ਰਾਜੇ ਨੇ ਰਾਜਕੁਮਾਰੀ ਨੂੰ ਸਮਝਾਉਣ ਦੇ ਬੜੇ ਉਪਰਾਲੇ ਕੀਤੇ, ਮਿਲਣ 'ਤੇ ਪਾਬੰਦੀ ਲਾਈ, ਪਰ ਰਾਜਕੁਮਾਰੀ ਉਸੇ ਨਾਲ ਵਿਆਹ ਕਰਾਉਣ ਲਈ ਬਜ਼ਿੱਦ ਸੀ। ਜਿਵੇਂ ਪੁਰਾਣੀਆਂ ਕਹਾਣੀਆਂ 'ਚ ਹੁੰਦਾ ਸੀ, ਇੱਕ ਸਿਆਣਾ ਵਿਅਕਤੀ ਆਇਆ। ਉਸਨੇ ਰਾਜੇ ਨੂੰ ਕਿਹਾ, ਜਿੰਨਾ ਵਧੇਰੇ ਹਟਾਓਗੇ ਉਹ ਓਨਾ ਪ੍ਰੇਮੀ ਵੱਲ ਵਧੇਰੇ ਝੁਕੇਗੀ। ਉਹਨਾਂ ਵਿਚਲੀ ਵਿੱਥ ਖਤਮ ਕਰ ਦਿਓ। ਰਾਜੇ ਨੇ ਉਹਨਾਂ ਦੋਹਾਂ ਨੂੰ ਇੱਕ ਹਵੇਲੀ 'ਚ ਬੰਦ ਕਰ ਦਿੱਤਾ ਤੇ ਕਿਹਾ, 1 ਮਹੀਨਾ ਇਕੱਠੇ ਰਹੋ, ਜੇ ਫਿਰ ਵੀ ਤੁਸੀਂ ਚਾਹੋਗੇ ਤਾਂ ਤੁਹਾਡਾ ਵਿਆਹ ਕਰ ਦਿਆਂਗੇ। ਪਹਿਲਾਂ ਰਾਜਕੁਮਾਰੀ ਪ੍ਰਸੰਨ ਹੋਈ, ਪਰ 1 ਸਪਤਾਹ ਵਿੱਚ ਅੱਕ ਗਈ। ਅਗਲਾ ਹਫ਼ਤਾ ਰੋ ਕੇ ਗੁਜ਼ਾਰਿਆ। ਤੀਜਾ ਹਫ਼ਤਾ ਬਿਮਾਰ ਹੀ ਰਹੀ। ਪ੍ਰੇਮੀ ਦੀ ਹਾਜ਼ਰੀ ਪਰੇਸ਼ਾਨ ਕਰਨ ਲੱਗ ਪਈ। 4 ਹਫ਼ਤੇ ਮਗਰੋਂ ਪਿਤਾ ਨਾਲ ਲਿਪਟ ਕੇ ਕਹਿ ਰਹੀ ਸੀ, ਮੈਨੂੰ ਇਸ ਰਾਖਸ਼ ਤੋਂ ਬਚਾਓ। ਪ੍ਰੇਮੀਆਂ ਵਿਚਕਾਰ ਖਿੱਚ ਫਾਸਲੇ ਕਾਰਨ ਹੁੰਦੀ ਹੈ। ਵਿੱਥ ਦੇ ਮੁੱਕਣ ਨਾਲ ਖਿੱਚ ਮੁੱਕ ਜਾਂਦੀ ਹੈ। ਧੰਨਵਾਦ। 20 ਸਾਲ। ਸਕੂਲ ਦਾ ਆਪਣਾ ਕੰਮ ਮੁਕਾਉਣ ਉਪਰੰਤ ਮੁਹੱਲੇ ਦੇ ਬੱਚੇ ਆਪਣੇ ਸੰਗੀ ਸਾਥੀਆਂ ਨਾਲ ਸਮਾਂ ਗੁਜ਼ਾਰਨ ਕਰਕੇ ਘਰ ਦੇਰ ਨਾਲ ਆਉਂਦੇ ਸਨ। ਜਦੋਂ ਬਹੁਤ ਸਵਖਤੇ ਉੱਠਣ ਦੀ ਲੋੜ ਵਾਲੀ ਮਾਂ ਸੌਂ ਚੁੱਕੀ ਹੁੰਦੀ ਸੀ। ਮਾਂ ਕਿਹਾ ਕਰਦੀ ਸੀ, ਜਦੋਂ ਤੁਸੀਂ ਆ ਜਾਓ ਤਾਂ ਮੈਨੂੰ ਜਗਾ ਕੇ ਦੱਸਿਆ ਕਰੋ ਕਿ ਤੁਸੀਂ ਆ ਗਏ ਹੋ। ਬੱਚੇ ਮਾਂ ਦੀ ਇਸ ਗੱਲ 'ਤੇ ਹੱਸਦੇ ਸਨ ਕਿ ਸੁੱਤੀ ਹੋਈ ਮਾਂ ਨੂੰ ਕਿਉਂ ਜਗਾਇਆ ਜਾਵੇ। ਮਾਂ ਨੇ ਕਾਰਨ ਦੱਸਦਿਆਂ ਕਿਹਾ ਕਿ ਜਦੋਂ ਤੁਸੀਂ ਆ ਜਾਂਦੇ ਹੋ ਉਦੋਂ ਮੈਂ ਲੇਟੀ ਜ਼ਰੂਰ ਹੁੰਦੀ ਹਾਂ, ਪਰ ਨੀਂਦਰ ਮੈਨੂੰ ਤੁਹਾਡੇ ਆਉਣ ਮਗਰੋਂ ਹੀ ਆਉਂਦੀ ਹੈ। ਮਾਂ ਦੇ ਮੁੜ ਕਹਿਣ ਕਾਰਨ ਬੱਚੇ ਉਸ ਨੂੰ ਜਗਾ ਕੇ ਆਪਣੇ ਆਉਣ ਬਾਰੇ ਦੱਸਦਿਆਂ ਹੱਸਦੇ ਵੀ ਸਨ। ਜਦੋਂ ਇਹ ਬੱਚੇ ਆਪ ਮਾਪੇ ਬਣੇ ਤਾਂ ਉਹਨਾਂ ਨੂੰ ਸਮਝ ਆਈ ਕਿ ਮਾਂ ਸੁੱਤੀ ਨੂੰ ਜਗਾਉਣ ਬਾਰੇ ਕਿਉਂ ਕਿਹਾ ਕਰਦੀ ਸੀ। ਜਦੋਂ ਤੱਕ ਬੱਚੇ ਘਰ ਨਹੀਂ ਆ ਜਾਂਦੇ, ਮਾਂ ਬੱਚਿਆਂ ਦੇ ਆਉਣ ਨੂੰ ਉਡੀਕਦੀ ਰਹਿੰਦੀ ਹੈ। ਉਹ ਪੂਰੀ ਤਰ੍ਹਾਂ ਸੌਂਦੀ ਨਹੀਂ। ਕਈ ਵਾਰ ਕੋਈ ਨਿੱਕੀ ਜਿਹੀ ਗੱਲ ਸਮਝਣ ਵਿੱਚ 20 ਸਾਲ ਲੱਗਦੇ ਹਨ। ਧੰਨਵਾਦ। ਐਂਬੂਲੈਂਸ। ਐਂਬੂਲੈਂਸ ਨੇ ਸੰਸਾਰ ਵਿੱਚ ਲੱਖਾਂ ਜਾਨਾਂ ਬਚਾਈਆਂ ਹਨ। 18ਵੀਂ ਸਦੀ ਦੇ ਅੰਤਲੇ ਦਹਾਕੇ ਨੈਪੋਲੀਅਨ ਦੇ ਇੱਕ ਡਾਕਟਰ ਨੂੰ ਖਿਆਲ ਆਇਆ
ਕਿ ਯੁੱਧ ਵਿੱਚ ਜ਼ਖਮੀਆਂ ਨੂੰ ਬਚਾਇਆ ਜਾ ਸਕਦਾ ਹੈ। ਸੋ ਉਸਨੇ ਘੋੜਾ ਗੱਡੀਆਂ ਨਾਲ ਜ਼ਖਮੀਆਂ ਨੂੰ ਜੰਗ ਦੇ ਮੈਦਾਨ 'ਚੋਂ ਬਾਹਰ ਕੱਢਣ ਦਾ ਕਾਰਜ ਆਰੰਭਿਆ। ਉਸ ਤੋਂ ਪਹਿਲਾਂ ਜ਼ਖਮੀਆਂ ਦੀ ਦੇਖਭਾਲ ਨਾ ਕੀਤੇ ਜਾਣ ਕਾਰਨ ਉਹ ਮਰ ਜਾਂਦੇ ਸਨ। ਨੈਪੋਲੀਅਨ ਦੇ ਇੱਕ ਜਰਨੈਲ ਨੇ ਹਰੇਕ ਡਿਵੀਜ਼ਨ ਵਿੱਚ ਐਂਬੂਲੈਂਸ ਦੀ ਵਿਵਸਥਾ ਕੀਤੀ। ਐਂਬੂਲੈਂਸ ਦੀ ਫਰਾਂਸ ਤੇ ਇਟਲੀ 'ਚ ਬੜੀ ਸਫਲਤਾ ਨਾਲ ਵਰਤੋਂ ਕੀਤੀ ਗਈ ਅਤੇ ਸੰਸਾਰ ਦੇ ਹੋਰ ਦੇਸ਼ਾਂ ਨੇ ਐਂਬੂਲੈਂਸ ਨੂੰ ਅਪਣਾ ਲਿਆ। 19ਵੀਂ ਸਦੀ ਦੇ 7ਵੇਂ ਦਹਾਕੇ ਵਿੱਚ ਜਨੇਵਾ ਵਿੱਚ ਇੱਕ ਅੰਤਰਰਾਸ਼ਟਰੀ ਅਹਿਦਨਾਮੇ ਨੂੰ ਪ੍ਰਵਾਨ ਕੀਤਾ ਗਿਆ, ਜਿਸ ਅਨੁਸਾਰ ਕੋਈ ਦੇਸ਼ ਐਂਬੂਲੈਂਸ 'ਤੇ ਹਮਲਾ ਨਹੀਂ ਕਰੇਗਾ ਅਤੇ ਆਵਾਜਾਈ ਵਿੱਚ ਐਂਬੂਲੈਂਸ ਨੂੰ ਲੰਘਣ ਵਿੱਚ ਪਹਿਲ ਦਿੱਤੀ ਜਾਏਗੀ। ਅਜੋਕੀ ਐਂਬੂਲੈਂਸ ਟਰੱਕ ਦੀ ਥਾਂ ਵੱਡੀ ਕਾਰ ਦੇ ਰੂਪ ਵਿੱਚ ਹੁੰਦੀ ਹੈ ਅਤੇ ਇਸ ਵਿੱਚ ਕਈ ਸਹੂਲਤਾਂ ਪ੍ਰਦਾਨ ਕੀਤੀਆਂ ਗਈਆਂ ਹੁੰਦੀਆਂ ਹਨ, ਜਿਹੜੀਆਂ ਪੀੜਤ ਵਿਅਕਤੀ ਨੂੰ ਆਰਜ਼ੀ ਰੂਪ ਵਿੱਚ ਹਸਪਤਾਲ ਪਹੁੰਚਾਉਣ ਵਿੱਚ ਸਹਾਇਕ ਹੁੰਦੀਆਂ ਹਨ। ਐਂਬੂਲੈਂਸ ਦਾ ਮਹੱਤਵਪੂਰਨ ਪੱਖ ਸਾਰੇ ਦੇਸ਼ਾਂ ਵੱਲੋਂ ਇਸ ਦੀ ਰੱਖਿਆ ਲਈ ਦਿੱਤੀ ਗਈ ਗਰੰਟੀ ਹੈ। ਧੰਨਵਾਦ। ਅਮੀਰ ਕੌਣ ਵਧੇਰੇ ਅਮੀਰ ਹੈ? ਇੱਕ ਮਾਲਕਣ ਆਪਣੇ ਪੁੱਤਰ ਦੇ ਵਿਆਹ ਦੇ ਮੌਕੇ ਸਾੜੀਆਂ ਦੀ ਦੁਕਾਨ 'ਤੇ ਗਈ ਅਤੇ ਕਿਹਾ, ਸਸਤੀ ਜੀ ਸਾੜੀ ਵਿਖਾਓ, ਮੈਂ ਪੁੱਤਰ ਦੇ ਵਿਆਹ 'ਤੇ ਨੌਕਰਾਣੀ ਨੂੰ ਦੇਣੀ ਹੈ। ਨੌਕਰਾਣੀ ਸਾੜੀ ਵਾਲਾ ਦੁਕਾਨ ਦਾ ਲਿਫਾਫਾ ਵੇਖ ਕੇ ਉਸੇ ਦੁਕਾਨ 'ਤੇ ਗਈ ਅਤੇ ਕਿਹਾ, ਚੰਗੀ ਜੀ ਸਾੜੀ ਵਿਖਾਓ, ਮੈਂ ਮਾਲਕਣ ਦੇ ਪੁੱਤਰ ਦੇ ਵਿਆਹ ਮੌਕੇ ਮਾਲਕਣ ਨੂੰ ਦੇਣੀ ਹੈ। ਇੱਕ ਹੋਟਲ ਵਿੱਚ ਵਿਆਹ ਦੇ ਸਮਾਗਮ ਵਿੱਚ ਇੱਕ ਔਰਤ ਦੇ 6 ਮਹੀਨੇ ਦੇ ਬੱਚੇ ਨੂੰ ਦੁੱਧ ਚਾਹੀਦਾ ਸੀ। ਦੁੱਧ ਮੰਗਿਆ ਗਿਆ। ਮੈਨੇਜਰ ਨੇ 100 ਰੁਪਏ ਲਏ। ਦੂਜੀ ਵਾਰੀ ਭੁੱਖ ਲੱਗਣ 'ਤੇ ਹੋਟਲ ਤੋਂ ਬਾਹਰ ਚਾਹ ਦੇ ਖੋਖੇ ਵਾਲੇ ਤੋਂ ਦੁੱਧ ਮੰਗਿਆ। ਖੋਖੇ ਦੇ ਮਾਲਕ ਨੇ ਕਿਹਾ, ਦੁੱਧ ਬੱਚੇ ਲਈ ਹੈ, ਕੋਈ ਪੈਸੇ ਨਹੀਂ, ਹੋਰ ਚਾਹੀਦਾ ਹੈ, ਹੋਰ ਲੈ ਲਓ। ਧੰਨਵਾਦ।